ਹੈਲੋ ਐਂਡ ਵੈਲਕਮ, ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ ਤੁਹਾਡੇ ਆਪਣੇ ਮਨਪਸੰਦ ਇਮੀਗ੍ਰੇਸ਼ਨ ਸ਼ੋ ਉਡਾਰੀ ਵਿਦੇਸ਼ਾਂ ਨੂੰ, ਜਿਸ ਵਿੱਚ ਆਪਾਂ ਹਮੇਸ਼ਾ ਹੀ ਕੈਨੇਡਾ, ਆਸਟ੍ਰੇਲੀਆ, ਯੂਕੇ, ਯੂਐਸਏ ਜਿੱਥੇ ਵੀ ਤੁਸੀਂ ਸਟੱਡੀ ਵੀਜ਼ਾ ਲਗਾਇਆ ਉਸ ਅਪਡੇਟਸ ਦੀ ਗੱਲ ਤਾਂ ਕਰਦੇ ਹੀ ਆ, ਪਰ ਨਾਲ ਦੀ ਨਾਲ ਕਾਲਸ ਵੀ ਤੁਹਾਡੀਆਂ ਰਿਸੀਵ ਕੀਤੀਆਂ ਜਾਂਦੀਆਂ ਤਾਂ ਕਿ ਤੁਹਾਡੇ ਸਵਾਲਾਂ ਦੇ ਜੋ ਹੈ ਡਾਇਰੈਕਟ ਸਵਾਲ ਦੇ ਜਵਾਬ ਇਸ ਸ਼ੋ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਾ ਸਕੀਏ। ਅੱਜ ਵੀ ਆਪਾਂ ਕਈ ਖਾਸ ਪੁਆਇੰਟਸ ਉੱਪਰ ਚਰਚਾ ਕਰਨੀ ਹੈ ਤੇ ਅੱਜ ਦੀ ਗੱਲਬਾਤ ਲਈ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਹੈ ਜੀ ਫਰੰਟੀਅਰ ਇਮੀਗ੍ਰੇਸ਼ਨ ਤੋਂ ਵੀਜ਼ਾ ਐਕਸਪਰਟ ਰਾਜਵਿੰਦਰ ਕੌਰ ਜੀ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਜੀ ਇਹੀ ਜਾਣਨਾ ਚਾਹਾਂਗੇ ਕਿ ਕਿਸ ਤਰ੍ਹਾਂ ਦਾ ਹੁਣ ਵੀਜ਼ਾ ਰੇਟ ਰਹਿ ਰਿਹਾ ਹੈ, ਕਿੰਨਾ ਕੁ ਸਕਸੈਸ ਰੇਟ ਹੈ, ਕਿੰਨਾ ਕੁ ਵੀਜ਼ਾ ਲੱਗ ਕੇ ਆ ਰਹੇ ਨੇ, ਕਿੰਨੇ ਕੁ ਰਿਫਿਊਜ਼ਲ ਆ ਰਹੇ ਨੇ, ਕੈਨੇਡਾ ਦੀ ਗੱਲ ਕਰੀਏ ਚਾਹੇ ਆਸਟ੍ਰੇਲੀਆ ਦੀ ਗੱਲ ਕਰੀਏ। ਬਿਲਕੁਲ ਦੇਖੋ, ਅਗਰ ਸਕਸੈਸ ਰੇਟ ਨੂੰ ਲੈ ਕੇ ਗੱਲ ਕਰੀਏ ਤਾਂ ਹਮੇਸ਼ਾ ਜਿਹੜਾ ਸਕਸੈਸ ਰੇਟ ਹੈਗਾ ਉਹ ਸੇਮ ਨਹੀਂ ਰਹਿੰਦਾ। ਕਿਸੇ ਟਾਈਮ ਤੇ ਬਹੁਤ ਜ਼ਿਆਦਾ ਜਿਹੜਾ ਡਾਊਨ ਵੀ ਚੱਲ ਰਿਹਾ, ਬਸ ਇਸ ਟਾਈਮ ਤੇ ਜੋ ਸਕਸੈਸ ਰੇਟ ਹੈਗਾ ਉਹ ਹੈ ਤਾਂ ਹੈ, ਬਟ ਟਾਈਮ ਕਿਸ ਚੀਜ਼ ਦਾ ਲੱਗ ਰਿਹਾ ਕਿ ਵੀਜ਼ਾ ਦੀ ਜਿਹੜੀ ਐਪਲੀਕੇਸ਼ਨ ਆਪਾਂ ਸਬਮਿਟ ਕਰਦੇ ਹਾਂ ਉਹਨਾਂ ਦੇ ਰਿਜ਼ਲਟ ਆਉਣ ਨੂੰ ਬਹੁਤ ਟਾਈਮ ਲੈ ਰਿਹਾ, ਚਾਹੇ ਉਹ ਕੈਨੇਡਾ ਹੈ ਜਾਂ ਫਿਰ ਆਸਟ੍ਰੇਲੀਆ। ਦੋਨਾਂ ਕੰਟਰੀਜ਼ ਦੇ ਵਿੱਚ ਹੀ ਜਿਹੜਾ ਟਾਈਮ ਡਿਊਰੇਸ਼ਨ ਹੈਗਾ ਉਹ ਵੀਜ਼ਾ ਦਾ ਥੋੜਾ ਜਿਹਾ ਜ਼ਿਆਦਾ ਲੈ ਕੇ ਚੱਲ ਰਿਹਾ ਹੈ। ਸੋ ਹੋਰ ਕੋਈ ਪ੍ਰੋਬਲਮ ਨਹੀਂ ਆ ਰਹੀ ਐ ਸੱਚ ਵੀਜ਼ਾ ਨੂੰ ਲੈ ਕੇ। ਜੀ 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 ਬਿਲਕੁਲ। ਪਰ ਜਿਵੇਂ ਆਪਾਂ ਗੱਲ ਕਰਦੇ ਹਾਂ ਜਦੋਂ ਕੈਨੇਡਾ ਦੀ ਤਾਂ ਐਸਡੀਐਸ ਤੇ ਨਾਨ ਐਸਡੀਐਸ ਵਿੱਚ ਤਾਂ ਉਲਝਦੇ ਹੀ ਨੇ ਸਟੂਡੈਂਟਸ, ਨਾਲ ਦੇ ਨਾਲ 6 ਬੈਂਡ ਨੂੰ ਲੈ ਕੇ ਸਾਡੇ ਇੱਕ ਵਿੱਚ 5.5 ਬੈਂਡ ਨੂੰ ਲੈ ਕੇ ਵੀ ਸਟੂਡੈਂਟਸ ਕਨਫਿਊਜ਼ ਨੇ ਕਿ ਇੱਕ 'ਚ 5.5 ਨਾਲ ਕੈਨੇਡਾ ਅਪਲਾਈ ਕਰਨਾ ਸਹੀ ਰਹੇਗਾ ਜਾਂ ਫਿਰ ਉਹ ਕੋਈ ਹੋਰ ਆਪਸ਼ਨ ਵੱਲ ਦੇਖਣਾ ਚਾਹੀਦਾ ਉਹਨਾਂ ਨੂੰ। ਬਿਲਕੁਲ ਜੀ, ਦੇਖੋ ਜਦੋਂ ਆਪਾਂ ਕੈਨੇਡਾ ਦੇ ਵਿੱਚ ਐਪਲੀਕੇਸ਼ਨ ਅਪਲੋਡ ਕਰਦੇ ਹਾਂ ਦੈਟ ਟਾਈਮ ਐਸਡੀਐਸ ਨੋਨ ਐਸਡੀਐਸ ਕੈਟਾਗਰੀ ਦੇ ਵਿੱਚ ਦੋਨਾਂ ਦੇ ਵਿੱਚ ਡਿਫਰੈਂਸ ਹੈ, ਸਲਾਈਟਲੀ ਡਿਫਰੈਂਸ ਹੈ। ਬਟ ਕੀ ਹੁੰਦਾ ਹੈ ਕਈ ਵਾਰੀ ਸਟੂਡੈਂਟ ਦੇ ਬੈਂਡ ਸਕੋਰ ਬਹੁਤ ਅੱਛੇ ਹੁੰਦੇ ਨੇ, ਬਟ ਇੱਕ ਮੋਡਿਊਲ ਦੇ ਵਿੱਚੋਂ 5.5 ਤੇ ਉਹਨੂੰ ਡਰ ਹੁੰਦਾ ਕਿ ਪਤਾ ਨਹੀਂ ਵੀਜ਼ਾ ਆਏਗਾ ਜਾਂ ਨਹੀਂ ਆਏਗਾ। ਬਟ ਇਸ ਟਾਈਮ ਤੇ ਮੇਰੇ ਕੋਲ ਰੀਸੈਂਟ ਹੀ ਕੁਝ ਸਟੂਡੈਂਟਸ ਦੇ ਵੀਜ਼ਾ ਆਏ ਨੇ ਜਿਨ੍ਹਾਂ ਦਾ ਕਿ ਇੱਕ ਦੇ ਵਿੱਚੋਂ 5.5 ਬੈਂਡ ਨੇ। ਐਗਜ਼ਾਮਪਲ ਲੈ ਕੇ ਚੱਲਾਂਗੇ ਜਿੱਦਾਂ ਕਾਲਜਸ ਨਰਦਨ ਕਾਲਜ ਹੋ ਗਿਆ, ਕੋਨੈਸਟੋਗਾ ਹੋ ਗਿਆ ਜਾਂ ਸੈਂਟ ਕਲੇਅਰ ਹੋ ਗਿਆ। ਇਹਨਾਂ ਕਾਲਜਸ ਦੇ ਜਿਹੜੇ ਰੀਸੈਂਟ ਵੀਜ਼ਾ ਹੈਗੇ ਨੇ ਉਹ ਮੈਨੂੰ ਰਿਸੀਵ ਹੋਏ ਨੇ ਵਿਦ 5.5 ਬੈਂਡ ਦੇ ਨਾਲ। ਸੋ ਕੀ ਹੁੰਦਾ ਹੈ ਕਿ ਜਦੋਂ ਆਪਾਂ ਐਪਲੀਕੇਸ਼ਨ ਅਪਲੋਡ ਕਰਦੇ ਹਾਂ ਤਾਂ ਦੈਟ ਟਾਈਮ ਆਪਾਂ ਓਵਰਆਲ ਦੇਖਦੇ ਹਾਂ ਕਿ ਆਪਣੀ ਪ੍ਰੋਫਾਈਲ ਦੇ ਵਿੱਚ ਹੈ ਕਿ ਆਪਣੀ ਫਾਈਲ ਦੀ ਰਿਪਰੈਜ਼ੈਂਟੇਸ਼ਨ ਕਿਸ ਤਰੀਕੇ ਨਾਲ ਹੋ ਰਹੀ ਹੈ। ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਕਿ ਆਪਣੇ ਬੈਂਡ ਸਕੋਰ ਤਾਂ ਦੇਖੋ 7 ਅਪਰੋਕਸ ਹੋ ਜਾਂਦੇ ਨੇ, ਬਟ ਕੀ ਹੁੰਦਾ ਹੈ ਕਿ ਆਪਣਾ ਜਿਹੜਾ ਲਾਈਕ ਪਰਸੈਂਟੇਜ ਹੈਗੀ ਆ ਉਹ ਘੱਟ ਜਾ ਰਹੀ ਆ ਜਾਂ ਫਿਰ ਆਪਣਾ ਜਿਹੜਾ ਪ੍ਰੀਵੀਅਸ ਸਟੱਡੀ ਆ ਉਹਦੇ ਵਿੱਚ ਬਹੁਤ ਜ਼ਿਆਦਾ ਗੈਪ ਹੈ, ਤਾਂ ਕਿਤੇ ਨਾ ਕਿਤੇ ਉਹ ਚੀਜ਼ਾਂ ਕਰਕੇ ਵੀ ਆਪਣਾ ਵੀਜ਼ਾ ਜਿਹੜਾ ਹੈਗਾ ਉਹ ਰਿਫਿਊਜ਼ ਹੋ ਜਾਂਦਾ ਹੈ। ਸੋ ਜਦੋਂ ਆਪਾਂ ਐਪਲੀਕੇਸ਼ਨ ਲਗਾਉਣੀ ਹੈ ਦੈਟ ਟਾਈਮ ਆਪਾਂ ਇਸ ਚੀਜ਼ ਦਾ ਜ਼ਿਆਦਾ ਧਿਆਨ ਰੱਖਣਾ ਹੈ ਕਿ ਜਿਹੜੀ ਆਪਾਂ ਐਪਲੀਕੇਸ਼ਨ ਲਗਾ ਰਹੇ ਹਾਂ ਉਸ ਐਪਲੀਕੇਸ਼ਨ ਦੇ ਵਿੱਚ ਆਪਾਂ ਹਰ ਇੱਕ ਚੀਜ਼ ਨੂੰ ਦੇਖ ਕੇ ਚੱਲ ਰਹੇ ਹਾਂ ਕਿ ਨਹੀਂ ਚੱਲ ਰਹੇ। ਇਕੱਲੇ ਬੈਂਡ ਸਕੋਰ ਵੀਜ਼ਾ ਨਹੀਂ ਦਿੰਦੇ, ਓਵਰਆਲ ਪ੍ਰੋਫਾਈਲ ਦੇਖਦੇ ਆ ਜੀ ਵੀਜ਼ਾ ਵਾਸਤੇ ਕਿ ਆਪਣੀ ਫਾਈਲ ਦੀ ਰਿਪਰੈਜ਼ੈਂਟੇਸ਼ਨ ਕਿਸ ਤਰੀਕੇ ਦੀ ਹੈ, ਪ੍ਰੀਵੀਅਸ ਸਟੱਡੀ ਕੀ ਸੀ, ਫਰਦਰ ਕੀ ਲੈ ਕੇ ਚੱਲ ਰਹੇ ਆ, ਪਰਸੈਂਟੇਜ ਕਿੰਨੀ ਸੀ, ਇਹ ਛੋਟੀਆਂ ਛੋਟੀਆਂ ਚੀਜ਼ਾਂ ਦਾ ਜ਼ਰੂਰ ਧਿਆਨ ਰੱਖੋ। ਬਿਲਕੁਲ, ਜਿਵੇਂ ਤੁਸੀਂ ਵਿੱਚ ਗੈਪ ਦੀ ਗੱਲ ਕੀਤੀ ਹੈ ਨਾ, ਗੈਪ ਨੂੰ ਲੈ ਕੇ ਸਟੂਡੈਂਟਸ ਕਿਉਂਕਿ ਕਈ ਵਾਰੀ ਕੁਝ ਕੀਤਾ ਨਹੀਂ ਹੁੰਦਾ, ਕੋਈ ਫਰਜ਼ੀ ਡਾਕੂਮੈਂਟ ਲਗਾ ਲੈਂਦੇ ਨੇ, ਆਪਣੀ ਪ੍ਰੋਫਾਈਲ ਖਰਾਬ ਕਰ ਲੈਂਦੇ ਨੇ। ਕਿੰਨਾ ਕੁ ਪਹਿਲਾਂ ਤਾਂ ਗੈਪ ਜਿਹੜਾ ਐਕਸੈਪਟੇਬਲ ਹੈ ਕੈਨੇਡਾ ਦੀ ਭਾਵੇਂ ਗੱਲ ਕਰੀਏ ਆਸਟ੍ਰੇਲੀਆ ਦੀ ਗੱਲ ਕਰੀਏ ਤੇ ਉਸਨੂੰ ਆਪਾਂ ਜੈਨੂਇਨ ਵੇ ਦੇ ਨਾਲ ਕਿਵੇਂ ਜਸਟੀਫਾਈ ਕਰ ਸਕਦੇ ਹਾਂ? ਬਿਲਕੁਲ ਜੀ, ਗੈਪ ਨੂੰ ਲੈ ਕੇ ਅਗਰ ਆਪਾਂ ਗੱਲ ਕਰੀਏ ਤਾਂ ਸਭ ਤੋਂ ਇੰਪੋਰਟੈਂਟ ਇੱਕ ਚੀਜ਼ ਹੁੰਦੀ ਹੈ ਕਿ ਜਦੋਂ ਆਪਾਂ ਕਿਸੇ ਵੀ ਕੰਟਰੀ ਦੀ ਸਿਲੈਕਸ਼ਨ ਕਰਦੇ ਹਾਂ, ਕਿਉਂਕਿ ਹਰ ਇੱਕ ਕੰਟਰੀ ਦਾ ਜਿਹੜਾ ਵੀਜ਼ਾ ਦੇਣ ਦਾ ਕ੍ਰਾਈਟੇਰੀਆ ਹੈ ਇਹ ਹਰ ਇੱਕ ਦੇ ਨਾਲੋਂ ਡਿਫਰੈਂਟ ਹੈ। ਹੁਣ ਕੈਨੇਡਾ ਦਾ ਕ੍ਰਾਈਟੇਰੀਆ ਡਿਫਰੈਂਟ ਹੈ, ਆਸਟ੍ਰੇਲੀਆ ਦਾ ਡਿਫਰੈਂਟ ਹੈ। ਤਾਂ ਅਗਰ ਆਸਟ੍ਰੇਲੀਆ ਨੂੰ ਲੈ ਕੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਗੈਪ ਅਸੈਪਟ ਨਹੀਂ ਕਰਦੇ। ਆਸਟ੍ਰੇਲੀਆ ਦੀ ਗਵਰਨਮੈਂਟ ਜਿਹੜੀ ਹੈਗੀ ਉਹਨਾਂ ਨੂੰ ਬਿਲਕੁਲ ਰੀਸੈਂਟ ਪਾਸ ਆਊਟ ਹੀ ਕੈਂਡੀਡੇਟ ਚਾਹੀਦੇ ਨੇ। ਫੋਰ ਐਗਜ਼ਾਮਪਲ ਅਗਰ ਆਪਾਂ +2 ਤੋਂ ਬਾਅਦ ਕੇਸ ਲਗਾ ਰਹੇ ਹਾਂ, ਹੁਣ 2019 ਪਾਸ ਆਊਟ ਹੈ ਜਾਂ 18 ਪਾਸ ਆਊਟ ਕੋਈ ਵੀ ਹੈ, ਉਹਨਾਂ ਦੀ ਫਾਈਲ ਆਪਣੇ ਕੋਲ ਆਉਂਦੀ ਹੈ, ਆਪਾਂ ਉਹਨਾਂ ਨੂੰ ਡਾਇਰੈਕਟ ਕਾਲਜ ਆਸਟ੍ਰੇਲੀਆ ਦੇ ਵਿੱਚ ਅਪਲਾਈ ਨਹੀਂ ਕਰ ਸਕਦੇ ਕਿਉਂਕਿ ਆਪਣੇ ਕੋਲ ਆਪਸ਼ਨਸ ਨਹੀਂ ਹੁੰਦੀਆਂ। ਆਸਟ੍ਰੇਲੀਆ ਵੀਜ਼ਾ ਨਹੀਂ ਦਿੰਦਾ ਗੈਪ ਦੇ ਨਾਲ। ਸੋ ਗ੍ਰੈਜੂਏਸ਼ਨ ਵਾਲਾ ਸਟੂਡੈਂਟ ਅਗਰ ਆਉਂਦਾ ਤਾਂ ਉਹਦੇ ਤਾਂ ਫਿਰ ਵੀ ਕਿਤੇ ਨਾ ਕਿਤੇ ਉਹਦੇ ਕੋਲ ਜਸਟੀਫਿਕੇਸ਼ਨ ਹੁੰਦੀ ਹੈ ਕਿ ਜੀ ਮੈਂ ਗ੍ਰੈਜੂਏਸ਼ਨ ਕੀਤੀ ਸੀ ਉਸ ਤੋਂ ਬਾਅਦ ਮੇਰੇ ਇਸ ਚੀਜ਼ ਦੀ ਜਸਟੀਫਿਕੇਸ਼ਨ ਹੈ, ਤਾਂ ਉਹਨਾਂ ਨੂੰ ਆਪਾਂ ਅੱਗੇ ਐਪਲੀਕੇਸ਼ਨ ਪਾ ਸਕਦੇ ਹਾਂ। ਬਟ ਜਿਹੜੇ +2 ਵਾਲੇ ਆ ਉਹਨਾਂ ਦੀ ਕੋਈ ਜਸਟੀਫਿਕੇਸ਼ਨ ਆਪਾਂ ਪ੍ਰੋਪਰ ਨਹੀਂ ਦੇ ਸਕਦੇ। ਸੋ ਹਮੇਸ਼ਾ ਆਪਣੀ ਕੰਟਰੀ ਦੀ ਸਿਲੈਕਸ਼ਨ ਅਕੋਰਡਿੰਗ ਟੂ ਪ੍ਰੋਫਾਈਲ ਕਰੋ ਕਿ ਆਪਣੀ ਪ੍ਰੋਫਾਈਲ ਕੀ ਹੈ। ਹੁਣ ਇਹੀ ਗੈਪ ਜੇ ਤੁਸੀਂ ਕੈਨੇਡਾ ਦੇ ਵਿੱਚ ਲੈ ਕੇ ਚੱਲੋ ਤਾਂ ਉੱਥੇ ਇੰਨੀ ਦਿੱਕਤ ਨਹੀਂ ਆਉਂਦੀ, ਨਾ ਹੀ ਯੂਕੇ ਦੇ ਵਿੱਚ ਗੈਪ ਨੂੰ ਲੈ ਕੇ ਪ੍ਰੋਬਲਮ ਹੈਗੀ ਹੈ। ਸੋ ਅਗਰ ਤੁਹਾਡੇ ਕੋਲ 1 ਜਾਂ 2 ਸਾਲ ਦਾ ਗੈਪ ਹੈ ਤਾਂ ਅਕੋਰਡਿੰਗ ਟੂ ਪ੍ਰੋਫਾਈਲ ਹੀ ਆਪਣੀ ਕੰਟਰੀ ਚੂਜ਼ ਕਰ ਜੀ। ਸੋ ਕਾਲਰਸ ਵੀ ਸਾਡੇ ਨਾਲ ਜੁੜਨੇ ਸ਼ੁਰੂ ਹੋ ਚੁੱਕੇ ਨੇ, ਅਸੀਂ ਜੋ ਕਾਲ ਵੀ ਰਿਸੀਵ ਕਰ ਲੈਂਦੇ ਹਾਂ ਪਹਿਲੀ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਹਾਂਜੀ, ਕੀ ਸਵਾਲ ਹੈ ਜੀ ਤੁਹਾਡਾ? ਓਵਰਆਲ 5.5। ਅੱਛਾ ਜੀ, ਕੁਆਲੀਫਿਕੇਸ਼ਨ ਕਿੰਨੀ ਹੈ ਤੁਹਾਡੀ? ਕਿਹੜੇ ਈਅਰ ਵਿੱਚ? 20 ਕਿੰਨੀ ਪਰਸੈਂਟੇਜ ਹੈ ਤੁਹਾਡੀ?
79% ਔਰ 20 ਤੋਂ ਬਾਅਦ 2020 ਤੋਂ ਬਾਅਦ ਤੁਸੀਂ ਹੁਣ ਤੱਕ ਕੀ ਕਰ ਰਹੇ ਸੀ? ਕੁਛ ਨਹੀਂ ਕੀਤਾ ਮੈਂ ਆਇਆ ਸੀ ਕੀਤੀ ਸੀ ਦੁਬਾਰਾ ਉਹ ਫੇਰ ਮੇਰੇ 2.5 ਆ ਰਹੇ ਹੋ। ਓਕੇ, ਹਾਂਜੀ। ਬਿਲਕੁਲ ਦੇਖੋ ਗੁਰਵਿੰਦਰ, ਜਿੱਦਾਂ ਤੁਹਾਡੀ ਪ੍ਰੋਫਾਈਲ ਹੈ 5.5 ਨਾਟ ਲੈਸ ਦੈਨ 5 ਬੈਂਡ। ਹੁਣ ਆਪਾਂ ਇੱਕ ਗੱਲ ਕਰਾਂਗੇ ਆਸਟ੍ਰੇਲੀਆ ਦੇ ਵਿੱਚ ਕਿ ਬੈਂਡ ਦੀ ਰਿਕੁਆਇਰਮੈਂਟ ਕੀ ਹੈਗੀ ਆ। ਹੁਣ 2-3 ਤਰੀਕੇ ਹੁੰਦੇ ਆ ਉੱਥੇ ਕੇਸ ਫਾਈਲ ਕਰਨ ਦੇ ਕਿ ਆਪਾਂ ਡਿਪਲੋਮਾ ਲੈ ਰਹੇ ਹਾਂ ਜਾਂ ਆਪਾਂ ਡਿਪਲੋਮਾ ਲੀਡ ਟੂ ਡਿਗਰੀ ਲੈ ਕੇ ਜਾ ਰਹੇ ਹਾਂ ਜਾਂ ਫਿਰ ਆਪਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈ ਰਹੇ ਹਾਂ। ਤਾਂ ਇਹਨਾਂ ਦੇ ਵਿੱਚ ਅਗਰ ਦੇਖਿਆ ਜਾਏ ਜੋ ਤੁਹਾਡੀ ਪ੍ਰੋਫਾਈਲ ਹੈ 5.5 ਨਾਟ ਲੈਸ ਦੈਨ 5 ਬੈਂਡ ਤੇ ਤੁਹਾਨੂੰ ਜਿਹੜੀਆਂ ਐਡਮਿਸ਼ਨਸ ਮਿਲਣਗੀਆਂ ਉਹਦੇ ਲਈ ਆਪਣੇ ਕੋਲ ਬਹੁਤ ਸਾਰੇ ਗਵਰਨਮੈਂਟ ਕਾਲਜਸ ਹੈਗੇ ਆ ਜਿਨ੍ਹਾਂ ਦੇ ਵਿੱਚ ਤੁਸੀਂ ਆਪਣੇ ਕੇਸ ਨੂੰ ਫਾਈਲ ਕਰਕੇ ਵੀਜ਼ਾ ਲੈ ਸਕਦੇ ਹੋ। ਬਾਕੀ ਇਸ ਟਾਈਮ ਤੇ ਜਿਹੜਾ ਇਨਟੇਕ ਹੈਗਾ ਸਰ ਉਹ ਤੁਹਾਨੂੰ ਫੈਬਰੂਅਰੀ ਇਨਟੇਕ ਮਿਲ ਸਕਦਾ। ਹੁਣ ਬਾਕੀ ਦਾ ਜਿਹੜਾ ਕ੍ਰਾਈਟੇਰੀਆ ਹੈਗਾ ਜਿਵੇਂ 2020 ਦੇ ਵਿੱਚ ਆਪਾਂ +2 ਕੀਤੀ, ਆਫਟਰ ਦੈਟ ਕੀ ਕੀਤਾ, ਜਿੱਦਾਂ ਕਿ ਮੈਂ ਪਹਿਲਾਂ ਤੁਹਾਨੂੰ ਦੱਸ ਰਹੀ ਸੀ। ਹੁਣ ਇਹ 20 ਪਾਸ ਆਊਟ ਸਟੂਡੈਂਟ ਜਿਹੜੇ ਹੈਗੇ ਨੇ ਇਹ ਜਦੋਂ ਹੀ 23 ਪਾਸ ਆਊਟ ਸਟੂਡੈਂਟ ਆ ਜਾਣਗੇ ਆਫਟਰ ਦੈਟ ਇਹਨਾਂ ਦੇ ਲਈ ਅਪਲਾਈ ਕਰਨਾ ਡਿਫਿਕਲਟ ਹੋ ਜਾਏਗਾ। ਸੋ ਇਸ ਕਰਕੇ ਮੈਂ ਇਹੀ ਕਹੂੰਗੀ ਕਿ ਆਪਣੀ ਫਾਈਲ ਦੇ ਵਿੱਚ ਜ਼ਿਆਦਾ ਗੈਪ ਨਾ ਲੈ ਕੇ ਆਓ। ਅਗਰ ਬਹੁਤ ਜ਼ਿਆਦਾ ਗੈਪ ਹੋ ਜਾਂਦਾ ਤਾਂ ਉਸ ਤੋਂ ਬਾਅਦ ਫਿਰ ਤੁਹਾਨੂੰ ਕੰਟਰੀ ਸਵਿਚ ਕਰਨੀ ਹੀ ਪਏਗੀ। ਸੋ ਇਹਦੇ ਬਿਹਾਵ ਤੇ ਤੁਸੀਂ ਆਸਟ੍ਰੇਲੀਆ ਦੇ ਲਈ ਐਲੀਜੀਬਲ ਹੋ, ਆਸਟ੍ਰੇਲੀਆ ਵਿੱਚ ਅਪਲਾਈ ਕਰ ਸਕਦੇ ਹੋ। ਜੀ ਜੀ ਜੀ, ਬਿਲਕੁਲ ਸਹੀ। ਖਾਸ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਪੈਂਦਾ ਸਟੂਡੈਂਟਸ ਨੂੰ, ਜਿਵੇਂ ਕਿ ਕਿੰਨਾ ਕੁ ਗੈਪ ਨਾਲ ਤੁਸੀਂ ਅਪਲਾਈ ਕਰ ਸਕਦੇ ਹੋ ਜਾਂ ਕਿੰਨਾ ਕੁ ਗੈਪ ਜਸਟੀਫਾਈ ਨਹੀਂ ਹੋ ਸਕਦਾ। ਸੋ ਇਹ ਜਿਹੜੀਆਂ ਪਾਰਟਿਕੂਲਰ ਚੀਜ਼ਾਂ ਹੁੰਦੀਆਂ ਨੇ ਇਹਨਾਂ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਿਆ ਕਰੋ। ਕਈ ਵਾਰੀ ਅਸੀਂ ਦੇਖਦੇ ਹਾਂ ਸਟੂਡੈਂਟਸ ਇੱਧਰ ਉੱਧਰੋਂ ਕੋਈ ਜਾਣਕਾਰੀ ਲੈ ਕੇ ਮਿਸਗਾਈਡ ਹੋ ਜਾਂਦੇ ਨੇ, ਹੈ ਨਾ, ਤਾਂ ਉਹ ਆਪਣੀ ਪ੍ਰੋਫਾਈਲ ਨੂੰ ਆਪਣੇ ਹੱਥੀਂ ਖਰਾਬ ਕਰ ਲੈਂਦੇ ਨੇ। ਬਹੁਤ ਚੰਗੀਆਂ ਪ੍ਰੋਫਾਈਲਸ ਹੁੰਦੀਆਂ, ਗਲਤ ਤਰੀਕੇ ਨਾਲ ਸਿਰਫ ਫਾਈਲਿੰਗ ਕੀਤੀ ਹੁੰਦੀ ਹੈ ਤਾਂ ਉਹਨਾਂ ਦਾ ਰਿਫਿਊਜ਼ਲ ਆ ਜਾਂਦਾ ਹੈ। ਬਹੁਤ ਵਾਰੀ ਆਪਣੇ ਕੋਲ ਇਦਾਂ ਦੇ ਕੈਂਡੀਡੇਟਸ ਵੀ ਆਉਂਦੇ ਆ ਜਿਨ੍ਹਾਂ ਦਾ 2-3 ਸਾਲ ਦਾ ਗੈਪ ਆ ਜਾਂ 4 ਸਾਲ ਦਾ ਗੈਪ ਆ ਤਾਂ ਉਹਨਾਂ ਦੇ ਮਾਈਂਡ 'ਚ ਇੱਕ ਚੀਜ਼ ਹੁੰਦੀ ਹੈ ਕਿ ਮੈਮ ਆਪਾਂ ਡਿਗਰੀ ਬਣਾ ਸਕਦੇ ਹਾਂ। ਬਟ ਦੇਖੋ ਡਿਗਰੀ ਬਣਾਉਣਾ ਇਸ ਚੀਜ਼ ਦਾ ਸੋਲੂਸ਼ਨ ਨਹੀਂ ਹੈਗਾ, ਕਿਉਂਕਿ ਜ਼ਰੂਰੀ ਨਹੀਂ ਕਿ ਤੁਹਾਡੀ ਡਿਗਰੀ ਜਿਹੜੀ ਹੈਗੀ ਆ ਉਹ ਬਿਲਕੁਲ ਜੈਨੂਇਨ ਵੇ ਨਾਲ ਬਣੀ ਆ। ਹੋ ਸਕਦਾ ਤੁਹਾਡੀ ਡਿਗਰੀ ਵੈਰੀਫਾਈਏਬਲ ਨਾ ਹੋਵੇ। ਸੋ ਅੱਗੇ ਜਾ ਕੇ ਉਸ ਚੀਜ਼ ਨੂੰ ਟੈਕਲ ਕਰਨਾ ਆਪਣੇ ਲਈ ਡਿਫਿਕਲਟ ਹੈ। ਸੋ ਇਦਾਂ ਦੇ ਕੋਈ ਵੀ ਡਾਕੂਮੈਂਟੇਸ਼ਨ ਆਪਣੀ ਫਾਈਲ ਦੇ ਵਿੱਚ ਅਪਲੋਡ ਨਾ ਕਰੋ ਕਿ ਤੁਹਾਨੂੰ ਇਨ ਫਿਊਚਰ ਦਿੱਕਤ ਆਏ। ਜੀ ਜੀ ਜੀ, ਅਗਲੇ ਕਾਲਰ ਵੀ ਸਾਡੇ ਨਾਲ ਲਾਈਨ ਤੇ ਨੇ। ਹੈਲੋ ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਮੈਮ, ਕਮਲ ਗੱਲ ਕਰ ਰਹੀ ਹਾਂ ਜੀ। ਹਾਂਜੀ, ਹੁਸ਼ਿਆਰਪੁਰ ਤੋਂ। ਠੀਕ ਹੈ, ਕੀ ਸਵਾਲ ਹੈ ਤੁਹਾਡਾ? ਮੈਮ ਮੈਂ 2020 ਦੇ ਵਿੱਚ ਆਰਟਸ ਸਟਰੀਮ ਦੇ ਵਿੱਚ +2 ਕੀਤੀ ਹੈ। ਓਕੇ। ਮੈਂ ਯੂਕੇ ਜਾਣਾ ਚਾਹੁੰਦੀ ਆ ਯੂਨੀਵਰਸਿਟੀ ਦੇ ਵਿੱਚ, ਬਟ ਮੇਰੇ ਜਿਹੜੇ ਹੈਗੇ ਆਇਲਸ ਦੇ ਵਿੱਚੋਂ ਬੈਂਡ ਹੈਗੇ 6 ਓਵਰਆਲ ਨੇ, ਤਿੰਨ ਦੇ ਵਿੱਚੋਂ 5.5 ਨੇ ਜੀ। 3 ਚ 5.5, ਹਾਂਜੀ। ਤੇ 2020 ਤੋਂ ਬਾਅਦ ਕੀ ਕੀਤਾ? ਯੂਕੇ ਦਾ ਹੋ ਜਾਏਗਾ ਯੂਨੀਵਰਸਿਟੀ ਕੇਸ। ਬਿਲਕੁਲ ਜੀ। 20 ਤੋਂ ਬਾਅਦ ਕੀ ਕੀਤਾ ਤੁਸੀਂ? ਮੈਮ ਫ੍ਰੀ ਹਾਂ ਜੀ। ਬਿਲਕੁਲ ਜੀ। ਠੀਕ ਹੈ ਕਮਲ, ਜਿੱਦਾਂ ਤੁਹਾਡੀ ਪ੍ਰੋਫਾਈਲ ਆ ਉਸ ਬਿਹਾਵ ਤੇ ਅਗਰ ਆਪਾਂ ਗੱਲ ਕਰੀਏ, ਜਿੱਦਾਂ ਤੁਸੀਂ BA ਕਰੀ ਹੋਈ ਹੈ, BA ਤੋਂ ਬਾਅਦ ਹੁਣ ਤੱਕ +2 ਕੀਤੀ ਹੈ ਮੈਮ, +2 ਕੀਤੀ ਹੈ 2020 ਦੇ ਵਿੱਚ। +2 ਕਰੀ ਹੈ ਆਰਟਸ ਦੇ ਵਿੱਚ। ਜੀ ਜੀ, ਠੀਕ ਹੈ। ਤੇ ਉਸ ਤੋਂ ਬਾਅਦ 6 ਨਾਟ ਲੈਸ ਦੈਨ 5.5 ਹੈ। ਤਿੰਨ ਮੋਡਿਊਲ ਦੇ ਵਿੱਚੋਂ 5.5 ਨੇ, ਓਵਰਆਲ 6 ਨੇ। ਹਾਂਜੀ, ਠੀਕ ਹੈ ਜੀ, ਠੀਕ ਹੈ। ਜਿੱਦਾਂ ਹੁਣ ਤੁਹਾਡੀ ਪ੍ਰੋਫਾਈਲ ਹੈ +2 2020 ਦੇ ਵਿੱਚ ਕਰੀ ਹੈ, ਸਭ ਤੋਂ ਪਹਿਲਾਂ ਆਪਾਂ ਇਹੀ ਚੀਜ਼ ਡਿਸਕਸ ਕਰੀ ਸੀ ਕਿ ਗੈਪ ਨੂੰ ਲੈ ਕੇ ਕੋਈ ਦਿੱਕਤ ਤਾਂ ਨਹੀਂ ਹੈਗੀ। ਹੁਣ ਦੇਖੋ ਜਿਹੜੀ 20 ਪਾਸ ਆਊਟ ਸਟੂਡੈਂਟਸ ਹੈਗੇ ਆ ਆਪਣੇ ਕੋਲ UK ਦੀ ਆਪਸ਼ਨ ਵੀ ਅਵੇਲੇਬਲ ਹੈਗੀ ਆ ਤੇ ਇਹਦੇ ਵਿੱਚ ਤੁਹਾਡੇ 6 ਨਾਟ ਲੈਸ ਦੈਨ 5.5 ਬੈਂਡ ਤੇ ਤੁਹਾਨੂੰ ਡਿਗਰੀ ਦੀਆਂ ਆਪਸ਼ਨਸ ਮਿਲ ਸਕਦੀਆਂ ਨੇ, ਕਿਉਂਕਿ ਬਹੁਤ ਸਾਰੀਆਂ ਡਿਗਰੀ ਜਿਹੜੇ ਯੂਨੀਵਰਸਿਟੀਜ਼ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਡਿਗਰੀ ਪ੍ਰੋਗਰਾਮ ਦੇ ਲਈ ਜਾ ਸਕਦੇ ਹੋ। ਔਰ ਇਹਦੇ ਵਿੱਚ ਮੇਨ ਚੀਜ਼ ਇਹ ਦੇਖਣੀ ਪੈਂਦੀ ਆ, ਹੁਣ ਜਦੋਂ ਆਪਾਂ ਕੇਸ ਫਾਈਲ ਕਰਦੇ ਦੈਟ ਆਪਾਂ ਇਹ ਵੀ ਦੇਖਦੇ ਹਾਂ ਕਿ ਆਪਣੀ ਪ੍ਰੋਫਾਈਲ ਦੇ ਅਕੋਰਡਿੰਗ ਆਪਾਂ ਨੂੰ ਕਿਹੜੀ ਯੂਨੀਵਰਸਿਟੀ ਦੇ ਵਿੱਚ ਡਿਗਰੀ ਮਿਲ ਰਹੀ ਹੈ ਔਰ ਉੱਥੇ ਇੰਟਰਵਿਊ ਹੋਏਗੀ ਕਿ ਨਹੀਂ ਹੋਏਗੀ, ਕਿਉਂਕਿ ਮੋਸਟਲੀ ਕੁਐਸਚਨ ਰਾਈਜ਼ ਹੁੰਦਾ ਕਿ ਆਪਾਂ ਯੂਨੀਵਰਸਿਟੀ ਦੇ ਵਿੱਚ ਜਾ ਰਹੇ ਹਾਂ, ਇੰਟਰਵਿਊ ਨੂੰ ਲੈ ਕੇ ਆਪਾਂ ਨੂੰ ਕੋਈ ਇਸ਼ੂ ਨਾ ਆਏ, ਤਾਂ ਉਹਦੇ ਬਿਹਾਵ ਤੇ ਆਪਾਂ ਦੇਖਦੇ ਹਾਂ। ਅਗਰ ਆਪਾਂ ਨੂੰ ਲੱਗਦਾ ਹੈ ਕਿ ਹਾਂ ਇਸ ਯੂਨੀਵਰਸਿਟੀ ਤੋਂ ਇੰਟਰਵਿਊ ਆ ਸਕਦੀ ਹੈ ਤਾਂ ਆਪਾਂ ਬੱਚੇ ਨੂੰ ਪਹਿਲਾਂ ਹੀ ਪ੍ਰਪੇਅਰ ਕਰਦੇ ਹਾਂ ਕਿ ਇਨ ਕੇਸ ਤੈਨੂੰ ਕੋਈ ਕਾਲ ਆਉਂਦੀ ਹੈ ਜਾਂ ਤੈਨੂੰ ਕੋਈ ਮੇਲ ਆਉਂਦੀ ਹੈ ਰਿਗਾਰਡਿੰਗ ਇੰਟਰਵਿਊ ਤਾਂ ਉਹਦੇ ਲਈ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ, ਕਿਉਂਕਿ ਬਹੁਤ ਜ਼ਿਆਦਾ ਉਹਨਾਂ ਦੇ ਕੋਈ ਹਾਰਡ ਐਂਡ ਫਾਸਟ ਕੁਐਸਚਨਿੰਗ ਨਹੀਂ ਹੁੰਦੀ। ਜੋ ਕੁਐਸਚਨਿੰਗ ਹੁੰਦੀ ਆ ਉਹਦੇ ਲਈ ਆਪਾਂ ਤੁਹਾਨੂੰ ਪਹਿਲਾਂ ਹੀ ਪ੍ਰਪੇਅਰ ਕਰਵਾ ਕੇ ਚੱਲਦੇ ਹਾਂ। ਸੋ ਕੋਈ ਦਿੱਕਤ ਨਹੀਂ ਹੈ। UK ਦੇ ਲਈ ਜਨਵਰੀ ਇਨਟੇਕ ਅਵੇਲੇਬਲ ਹੈ ਜੀ, ਤੁਸੀਂ ਉਹਦੇ ਲਈ ਅਪਲਾਈ ਕਰ ਸਕਦੇ ਹੋ। ਜਿਵੇਂ ਡਿਗਰੀ ਜਾਂ ਡਿਪਲੋਮਾ, ਇਸ ਨੂੰ ਲੈ ਕੇ ਵੀ ਸਟੂਡੈਂਟਸ ਦਾ ਸਵਾਲ ਰਹਿੰਦਾ, ਤਾਂ ਕਿਹੜੇ ਸਟੂਡੈਂਟਸ ਨੂੰ ਡਿਪਲੋਮਾ ਲਈ ਜਾਣਾ ਚਾਹੀਦਾ ਹੈ, ਕਿਹਨਾਂ ਨੂੰ ਡਿਗਰੀ ਲਈ ਪ੍ਰੈਫਰ ਕਰਨਾ ਚਾਹੀਦਾ? ਦੇਖੋ ਆਪਾਂ ਅਗਰ ਗੱਲ ਕਰੀਏ UK ਨੂੰ ਲੈ ਕੇ ਤਾਂ UK ਦੇ ਵਿੱਚ ਆਪਸ਼ਨ ਟਾਇਰ 4 ਦੇ ਵਿੱਚ ਓਨਲੀ ਡਿਗਰੀ ਦੀ ਆਪਸ਼ਨ ਹੈਗੀ ਆ, ਸੋ ਡਿਪਲੋਮਾ ਉਹਦੇ ਵਿੱਚ ਹੈ ਨਹੀਂ। ਸੋ ਆਪਾਂ ਉਹ ਚੀਜ਼ ਦੇਖਾਂਗੇ ਕਿ ਆਪਣੀ ਪ੍ਰੋਫਾਈਲ ਦੇ ਅਕੋਰਡਿੰਗ ਆਪਾਂ ਡਿਗਰੀ ਲਈ ਜਾ ਸਕਦੇ ਹਾਂ ਜਾਂ ਆਪਾਂ ਸ਼ਾਰਟ ਟਰਮ ਪ੍ਰੋਗਰਾਮ ਲਈ ਜਾ ਸਕਦੇ ਹਾਂ, ਉਹਨਾਂ ਦੋਨਾਂ ਦੇ ਵਿੱਚ ਡਿਫਰੈਂਸ ਦੇਖਣਾ ਪਏਗਾ। ਜੀ ਜੀ ਜੀ, ਬਿਲਕੁਲ। ਅਗਲਾ ਸਵਾਲ ਵੀ ਅਸੀਂ ਲੈ ਲੈਂਦੇ ਹਾਂ ਸ਼ੋਅ ਵਿੱਚ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਕ੍ਰਿਤਿਕਾ ਗੱਲ ਕਰ ਰਹੀ ਹਾਂ ਜੀ। ਹਾਂਜੀ, ਕੀ ਸਵਾਲ ਹੈ ਤੁਹਾਡਾ? ਹਾਂਜੀ, ਮੈਂ UK ਦੇ ਬਾਰੇ ਪਤਾ ਕਰਨਾ ਸੀ, ਸਾਊਥ ਕੇਨਡਾ ਨਾ। ਆਪਣੀ ਪ੍ਰੋਫਾਈਲ ਗ੍ਰੈਜੂਏਸ਼ਨ ਕੰਪਲੀਟ ਹੈ ਜੀ। ਓਕੇ। ਪਾਸ ਆਊਟ ਹਾਂ ਮੈਂ। ਕਦੋਂ ਦੇ, ਕਿਹੜੇ ਈਅਰ ਦੇ ਪਾਸ ਆਊਟ ਹੋ? BCom ਕੀਤੀ ਹੈ ਨਾ, ਗ੍ਰੈਜੂਏਸ਼ਨ। ਕਿਹੜੇ ਈਅਰ ਵਿੱਚ ਕੀਤੀ ਹੈ? 2020 ਦੇ ਵਿੱਚ। ਓਕੇ, ਠੀਕ ਹੈ। ਤੇ
ਆਇਲਸ ਨਹੀਂ ਦਿੱਤਾ ਹੋਇਆ ਤੇ ਵਿਦਆਊਟ ਇਟ ਦੇ ਨਾਲ ਸਪਾਊਸ ਕੇਸ ਮੇਰਾ ਹੋ ਸਕਦਾ ਮੈਂ ਇਸ ਪ੍ਰੋਫਾਈਲ ਦੇ ਨਾਲ? ਓਕੇ ਵਿਦਆਊਟ ਬਿਲਕੁਲ ਜੀ। ਦੇਖੋ ਕ੍ਰਿਤਿਕਾ, ਜਿੱਦਾਂ ਤੁਸੀਂ ਯੂਕੇ ਦੇ ਲਈ ਆਪਣੀ ਕੁਐਰੀ ਕੀਤੀ ਹੈ ਕਿ ਮੈਂ ਯੂਕੇ ਜਾਣਾ ਬੀਕਾਮ ਤੋਂ ਬਾਅਦ, ਹੁਣ ਤੁਹਾਡੀ ਹਾਂਜੀ ਹੁਣ ਇਹ ਚੀਜ਼ ਦੇਖਣੀ ਪਏਗੀ ਕਿ ਤੁਹਾਡੀ ਪ੍ਰੋਫਾਈਲ ਦੇ ਵਿੱਚ ਜਦੋਂ ਆਪਾਂ ਕੇਸ ਫਾਈਲ ਕਰਦੇ ਹਾਂ ਦੈਟ ਟਾਈਮ ਦੇਖੋ ਹਰ ਇੱਕ ਚੀਜ਼ ਦੇਖਣੀ ਪੈਂਦੀ ਹੈ ਕਿ ਆਪਣੀ ਰੀਸੈਂਟ ਕੁਆਲੀਫਿਕੇਸ਼ਨ ਕਿੰਨੀ ਪਰਸੈਂਟੇਜ ਦੇ ਨਾਲ ਸੀ, ਕਿਹੜਾ ਕੋਰਸ ਲੈ ਕੇ ਜਾਣਾ ਹੈ, ਜਾਂ ਆਪਣੀ ਮੈਰਿਜ ਕਿੰਨੀ ਪੁਰਾਣੀ ਹੈ। ਯੂਕੇ ਦੇ ਵਿੱਚ ਤੁਹਾਨੂੰ ਬਿਲਕੁਲ ਮੇਰੇ ਬੰਦੇ ਨਾ ਬੀਕਾਮ ਦੇ ਵਿੱਚੋਂ ਸੌਰੀ ਕਿੰਨੇ 70%। 70%। ਠੀਕ ਹੈ ਜੀ। ਬਿਲਕੁਲ ਬਿਲਕੁਲ ਮੈਮ, ਆਪਣੇ ਕੋਲ ਆਪਸ਼ਨਸ ਹੈਗੀਆਂ ਨੇ। ਅਗਰ ਤੁਸੀਂ ਵਿਦਆਊਟ ਆਇਲਸ ਯੂਕੇ ਦੇ ਵਿੱਚ ਕੇਸ ਫਾਈਲ ਕਰਨਾ ਚਾਹੁੰਦੇ ਹੋ ਬਿਲਕੁਲ ਕਰ ਸਕਦੇ ਹੋ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ। ਉਸ ਵਾਸਤੇ ਤੁਹਾਨੂੰ ਜਨਵਰੀ ਇਨਟੇਕ ਮਿਲ ਸਕਦਾ ਮੈਮ। ਆਪਣੇ ਕੋਲ ਜਿਹੜੀਆਂ ਆਪਸ਼ਨਸ ਨੇ ਵਿਦਆਊਟ ਆਇਲਸ, ਉਹਦੇ ਵਿੱਚ ਤੁਹਾਨੂੰ ਬੈਨੀਫਿਟ ਕੀ ਹੁੰਦਾ ਕਿ ਜਿੱਦਾਂ ਹੁਣ ਜਨਵਰੀ ਇਨਟੇਕ ਵਾਸਤੇ ਤੁਸੀਂ ਅਪਲਾਈ ਕਰ ਰਹੇ ਹੋ ਤਾਂ ਦੈਟ ਟਾਈਮ ਬਹੁਤ ਸਾਰੀਆਂ ਯੂਨੀਵਰਸਿਟੀਜ਼ ਵੀ ਨੇ ਜਿਹੜੀਆਂ ਵਿਦਆਊਟ ਆਇਲਸ ਤੁਹਾਨੂੰ ਆਪਸ਼ਨ ਦੇ ਸਕਦੀਆਂ ਨੇ। ਬਟ ਜਿੱਦਾਂ ਕਿ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਕਿ ਇੰਟਰਵਿਊ ਦੇ ਜਿਹੜੇ ਚਾਂਸਸ ਰਹਿੰਦੇ ਨੇ ਉਹ ਜ਼ਰੂਰ ਆਉਂਦੇ ਨੇ। ਸੋ ਐਸਾ ਚ ਵੈਸੇ ਕੋਈ ਦਿੱਕਤ ਨਹੀਂ ਹੈਗੀ ਕਿ ਪ੍ਰੋਫਾਈਲ ਨੂੰ ਲੈ ਕੇ ਕੋਈ ਪ੍ਰੋਬਲਮ ਹੈ, ਕਿਉਂਕਿ ਯੂਕੇ ਇੱਕ ਇਹੋ ਜਿਹੀ ਕੰਟਰੀ ਹੈ ਜਿੱਥੇ ਇਸ ਟਾਈਮ ਤੇ ਵੀਜ਼ਾ ਸਕਸੈਸ ਰੇਟ ਐਜ਼ ਕੰਪੇਅਰ ਟੂ ਅਦਰ ਕੰਟਰੀ ਸਭ ਤੋਂ ਜ਼ਿਆਦਾ ਚੱਲ ਰਿਹਾ ਹੈ। ਸੋ ਇਦਾਂ ਦੀ ਕੋਈ ਦਿੱਕਤ ਨਹੀਂ ਹੈ। ਜੀ 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 ਬਿਲਕੁਲ। ਤੇ ਬਾਕੀ ਦਰਸ਼ਕਾਂ ਨੂੰ ਵੀ ਜ਼ਰੂਰ ਕਹਿਣਾ ਚਾਹਾਂਗੇ, ਤੁਹਾਡੇ ਵੀ ਕੋਈ ਸਵਾਲ ਨੇ ਤਾਂ ਤੁਸੀਂ ਸ਼ੋਅ ਦੇ ਵਿੱਚ ਕਾਲ ਕਰੋ, ਤੁਹਾਡੀ ਡਾਇਰੈਕਟ ਕਾਲ ਜੋ ਹੈ ਰਿਸੀਵ ਜ਼ਰੂਰ ਕੀਤੀ ਜਾਵੇਗੀ। ਇਨ ਕੇਸ ਸ਼ੋਅ ਦੇ ਵਿੱਚ ਤੁਹਾਡੀ ਕਾਲ ਨਹੀਂ ਲੱਗਦੀ ਹੈ ਤਾਂ ਤੁਸੀਂ ਸ਼ੋਅ ਤੋਂ ਬਾਅਦ ਵੀ ਸੇਮ ਇਸੇ ਦਿੱਤੇ ਨੰਬਰ ਦੇ ਉੱਪਰ ਜੋ ਡਿਸਪਲੇ ਹੋ ਰਿਹਾ ਨੰਬਰ, ਇਸੇ ਕਾਲ ਕਰਕੇ ਫਰੰਟੀਅਰ ਇਮੀਗ੍ਰੇਸ਼ਨ ਦੀ ਟੀਮ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਸਹੀ ਗਾਈਡੈਂਸ ਦੇ ਨਾਲ ਅੱਗੇ ਵਧੋ ਤਾਂ ਕਿ ਸਹੀ ਡਿਸੀਜਨ ਲੈ ਕੇ ਤੁਸੀਂ ਆਪਣੇ ਫਿਊਚਰ ਨੂੰ ਬ੍ਰਾਈਟ ਕਰ ਸਕੋ। ਤੇ ਆਪਾਂ ਥੋੜੀ ਕੈਨੇਡਾ ਬਾਰੇ ਅਗਰ ਗੱਲ ਕਰੀਏ, ਹੁਣ ਕਿਹੜਾ ਜਨਵਰੀ ਇਨਟੇਕ ਆਲਮੋਸਟ ਫੁੱਲ ਹੋ ਚੁੱਕਿਆ, ਕਿ ਸੀਟ ਅਵੇਲੇਬਲ ਹੈ ਜਾਂ ਹੁਣ ਮਈ ਦੇ ਲਈ ਹੀ ਸਟੂਡੈਂਟ ਤਿਆਰੀ ਰੱਖਣ? ਦੇਖੋ ਮੈਮ, ਕੈਨੇਡਾ ਦੇ ਵਿੱਚ ਅਗਰ ਦੇਖ ਕੇ ਚੱਲੀਏ ਤਾਂ ਬਹੁਤ ਸਾਰੇ ਕਾਲਜਸ ਨੇ, ਬਹੁਤ ਸਾਰੇ ਕਿਆ ਆਲਮੋਸਟ ਕਾਲਜਸ ਜਿਹੜੇ ਨੇ ਉਹ ਜਨਵਰੀ ਇਨਟੇਕ ਲਈ ਤਾਂ ਕਲੋਜ਼ ਹੋ ਚੁੱਕੇ ਨੇ। ਹੁਣ ਆਪਾਂ ਨੂੰ ਜੋ ਆਪਸ਼ਨਸ ਮਿਲ ਰਹੀਆਂ ਨੇ ਉਹ ਮਈ ਇਨਟੇਕ ਦੀਆਂ ਮਿਲ ਰਹੀਆਂ ਨੇ। ਸੋ ਹੁਣ ਇਹ ਡਿਪੈਂਡ ਕਰਦਾ ਕਿ ਬੱਚੇ ਦੀ ਪ੍ਰੋਫਾਈਲ, ਹੁਣ ਦੇਖੋ ਮਈ ਇਨਟੇਕ ਇੱਕ ਛੋਟਾ ਇਨਟੇਕ ਹੈ ਐਜ਼ ਕੰਪੇਅਰ ਟੂ ਜਨਵਰੀ ਐਂਡ ਸਤੰਬਰ। ਤਾਂ ਇਹਦੇ ਵਿੱਚ ਆਪਾਂ ਨੂੰ ਜਿਹੜੇ ਕੋਰਸਿਸ ਹੈਗੇ ਨੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਦੇਖਣਾ ਪੈਂਦਾ ਕਿ ਕੁਝ ਕੋਰਸਿਸ ਇਦਾਂ ਦੇ ਨੇ ਜਿਹੜੇ ਜਨਵਰੀ ਚ ਓਪਨ ਨੇ, ਸਿੱਧੇ ਸਤੰਬਰ ਚ ਓਪਨ ਨੇ। ਓਕੇ, ਉਹਨਾਂ ਦੀਆਂ ਮਈ ਚ ਆਪਾਂ ਨੂੰ ਆਪਸ਼ਨਸ ਹੀ ਨਹੀਂ ਹੈਗੀਆਂ, ਯਾਨੀ ਮਈ ਚ ਆਪਸ਼ਨਸ ਘੱਟ ਨੇ। ਬਿਲਕੁਲ, ਮਈ ਦੇ ਵਿੱਚ ਹਮੇਸ਼ਾ ਮਈ ਛੋਟਾ ਇਨਟੇਕ ਹੁੰਦਾ, ਇਹਦੇ ਵਿੱਚ ਆਪਣੇ ਕੋਲ ਆਪਸ਼ਨਸ ਘੱਟ ਹੁੰਦੀਆਂ ਨੇ। ਬਟ ਫਿਰ ਵੀ ਮੈਂ ਇਹ ਕਹੂੰਗੀ ਕਿ ਅਗਰ ਤੁਸੀਂ ਕੈਨੇਡਾ ਦੇ ਲਈ ਸੋਚ ਰਹੇ ਹੋ ਤੇ ਤੁਹਾਡੇ ਕੋਲ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਹੈਗਾ ਸਤੰਬਰ ਇਨਟੇਕ ਜਾਂ ਮਈ ਇਨਟੇਕ ਦੇ ਲਈ, ਆਪਣੀਆਂ ਐਪਲੀਕੇਸ਼ਨਸ ਜਿਹੜੀਆਂ ਨੇ ਹੈਗੀਆਂ ਨੇ ਉਹ ਆਪਣੀਆਂ ਅਸੈਸ ਕਰਵਾਓ ਤਾਂ ਕਿ ਤੁਹਾਨੂੰ ਆਫਰ ਲੈਟਰ ਮਿਲ ਸਕੇ। ਜੀ 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 ਅਗਲੇ ਕਾਲਰ ਸਾਡਾ ਲਾਈਨ ਤੇ ਨੇ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਮ ਕੁਲਜੀਤ ਗੱਲ ਕਰ ਰਹੀ ਹਾਂ। ਹਾਂਜੀ ਕੁਲਜੀਤ ਜੀ, ਕੀ ਸਵਾਲ ਹੈ? ਮੈਮ ਮੈਂ ਗ੍ਰੈਜੂਏਸ਼ਨ ਕੀਤੀ ਹੋਈ ਹੈ 2020 ਦੀ 20 ਚ। ਤੇ ਉਸ ਤੋਂ ਹਾਂ 20 ਦੀ ਕੀਤੀ ਹੋਈ ਹੈ ਔਰ ਮੇਰੇ ਨਾ ਓਵਰਆਲ ਬੈਂਡ ਹੈਗੇ 6 ਤੇ 2 ਤੋਂ 5.5 ਦਾ। ਤੇ ਮੇਰਾ 1 ਸਾਲ ਦਾ ਜਿਹੜਾ ਹੈਗਾ ਵੀ ਐਕਸਪੀਰੀਅੰਸ ਹੈਗਾ ਮੇਰੇ ਕੋਲ। ਤੇ ਮੈਂ ਆਸਟ੍ਰੇਲੀਆ ਅਪਲਾਈ ਕਰਨਾ ਚਾਹੁੰਦੀ, ਮੇਰਾ ਹੋ ਜਾਊਗਾ ਆਸਟ੍ਰੇਲੀਆ ਦੇ ਲਈ? ਓਕੇ, ਬਿਲਕੁਲ। 20 ਤੋਂ ਬਾਅਦ ਵਰਕ ਐਕਸਪੀਰੀਅੰਸ ਹੈਗਾ ਤੁਹਾਡੇ ਕੋਲ ਮੈਮ? ਹਾਂਜੀ ਹਾਂਜੀ ਮੈਮ ਹੈਗਾ ਹੈ। ਬਿਲਕੁਲ ਜੀ। ਹਾਂ ਦੇਖੋ, ਜਿੱਦਾਂ ਆਪਾਂ ਸਭ ਤੋਂ ਪਹਿਲਾਂ ਇੱਕ ਡਿਸਕਸ਼ਨ ਕੀਤੀ ਸੀਗੀ ਕਿ ਜੇ ਆਪਣੇ ਕੋਲ ਗ੍ਰੈਜੂਏਸ਼ਨ ਹੈ ਤਾਂ ਆਪਣੇ ਕੋਲ ਵਰਕ ਐਕਸਪੀਰੀਅੰਸ ਹੈਗਾ ਤਾਂ ਆਪਾਂ ਸੋਚ ਸਕਦੇ ਹਾਂ ਕਿ ਆਪਾਂ ਆਸਟ੍ਰੇਲੀਆ ਦੇ ਵਿੱਚ ਅਪਲਾਈ ਕਰ ਸਕਦੇ ਹਾਂ, ਕਿਉਂਕਿ ਗ੍ਰੈਜੂਏਸ਼ਨ ਵਾਲੇ ਬੰਦੇ ਕੋਲ ਬਹੁਤ ਆਪਸ਼ਨਸ ਹੁੰਦੀਆਂ ਨੇ ਆਪਣਾ ਕੇਸ ਫਾਈਲ ਕਰਨ ਵਾਸਤੇ। ਗ੍ਰੈਜੂਏਸ਼ਨ ਤੋਂ ਬਾਅਦ ਆਪਾਂ ਵਰਕ ਐਕਸਪੀਰੀਅੰਸ ਦਿਖਾ ਸਕਦੇ ਹਾਂ। ਤਾਂ ਹੁਣ ਕੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਅਗਰ ਤੁਸੀਂ ਕੇਸ ਫਾਈਲ ਕਰ ਰਹੇ ਹੋ, ਤੁਹਾਡੇ ਕੋਲ ਆਪਸ਼ਨ ਨੇ ਤੁਸੀਂ ਮਾਸਟਰ ਪ੍ਰੋਗਰਾਮ ਦੇ ਲਈ ਵੀ ਜਾ ਸਕਦੇ ਹੋ। ਉਹਦੇ ਲਈ ਚਾਹੇ ਤੁਸੀਂ ਆਸਟ੍ਰੇਲੀਆ ਦੇ ਵਿੱਚ ਦੇਖੋ ਬ੍ਰਿਸਬੇਨ ਸਾਈਡ ਚਲੇ ਜਾਓ, ਸਿਡਨੀ ਚਲੇ ਜਾਓ, ਜਾਂ ਫਿਰ ਉਸ ਤੋਂ ਇਲਾਵਾ ਕੋਈ ਤੁਸੀਂ ਅਦਰ ਆਪਸ਼ਨ ਲਾਈਕ ਤਸਮਾਨੀਆ ਵਗੈਰਾ ਵੀ ਜਾ ਸਕਦੇ ਹੋ। ਤਾਂ ਇਹ ਆਪਸ਼ਨਸ ਆਪਾਂ ਨੂੰ ਦੇਖਣੀਆਂ ਪੈਂਦੀਆਂ ਨੇ ਕਿ ਆਪਣੀ ਪ੍ਰੋਫਾਈਲ ਦੇ ਅਕੋਰਡਿੰਗ ਉੱਥੇ ਆਪਾਂ ਨੂੰ ਕਿਹੜੀ ਕਿਹੜੀ ਜਗ੍ਹਾ ਤੇ ਆਪਸ਼ਨਸ ਮਿਲ ਸਕਦੀਆਂ ਨੇ। ਸੋ ਐਸਾ ਕੋਈ ਦਿੱਕਤ ਨਹੀਂ ਹੈਗੀ। ਹੁਣ ਇੱਕ ਚੀਜ਼ ਇਹਦੇ ਵਿੱਚ ਮੇਨ ਹੈ ਆਸਟ੍ਰੇਲੀਆ ਦੇ ਵਿੱਚ, ਜਿਵੇਂ ਆਪਾਂ ਦੇਖੀਏ ਕਿ ਆਫਰ ਲੈਟਰ ਜਲਦੀ ਮਿਲਦਾ ਹੈ ਬਟ ਜਿਹੜੀ COE ਆ ਉਹ ਲੇਟ ਆਉਂਦੀ ਹੈ, ਕਿਉਂਕਿ COE ਉਦੋਂ ਮਿਲਦੀ ਹੈ ਜਦੋਂ ਆਪਣੀ GT ਕਲੀਅਰ ਹੁੰਦੀ ਹੈ। ਤਾਂ ਯੂਨੀਵਰਸਿਟੀ ਕੇਸਿਸ ਦੇ ਵਿੱਚ ਖਾਸ ਤੌਰ ਤੇ ਜਦੋਂ ਆਪਾਂ ਕੇਸ ਫਾਈਲ ਕਰਦੇ ਹਾਂ ਦੈਟ ਟਾਈਮ ਆਪਣੀ GT ਨੂੰ ਹਮੇਸ਼ਾ ਟਾਈਮ ਲੱਗਦਾ ਹੈ। ਸੋ ਉਸ ਚੀਜ਼ ਨੂੰ ਲੈ ਕੇ ਕਦੇ ਵੀ ਪੈਨਿਕ ਨਾ ਹੋ ਕਿ ਆਪਣੀ ਜਿਹੜੀ COE ਆ ਉਹ ਕਿਉਂ ਨਹੀਂ ਆ ਰਹੀ ਹੈ, ਕਿੱਥੇ ਦਿੱਕਤ ਆ ਰਹੀ ਹੈ। ਹੁਣ ਆਬਵੀਅਸ ਆ ਕਿ ਅਗਰ ਆਪਾਂ ਉਹਨਾਂ ਨੂੰ ਇੱਕ ਟਾਈਮ ਦਿੱਤਾ ਹੋਇਆ ਕਿ ਹਾਂਜੀ ਆਪਾਂ ਇਸ ਇਨਟੇਕ ਵਾਸਤੇ ਅਪਲਾਈ ਕਰ ਰਹੇ ਹਾਂ, ਤਾਂ ਉਹਨਾਂ ਨੇ ਆਪਣੀ ਹਰ ਇੱਕ ਡਾਕੂਮੈਂਟੇਸ਼ਨ ਦੀ ਵੈਰੀਫਿਕੇਸ਼ਨ ਤਾਂ ਕਰਨੀ ਹੈ। ਸੋ ਉਸ ਤੋਂ ਬਾਅਦ ਹੀ COE ਰਿਲੀਜ਼ ਹੁੰਦੀ ਹੈ। ਸੋ ਇਸ ਚੀਜ਼ ਕਰਕੇ GT ਦੇ ਲਈ ਜਿੰਨੀ ਡਾਕੂਮੈਂਟੇਸ਼ਨ ਆਪਾਂ ਨੂੰ ਚਾਹੀਦੀ ਹੈ ਉਸ ਚੀਜ਼ ਦੇ ਵਿੱਚ ਆਪਣਾ ਹੀ ਬੈਨੀਫਿਟ ਹੈ, ਕਿਉਂਕਿ ਆਪਾਂ ਜਿੰਨੀ ਕਲੈਰਿਟੀ ਨਾਲ ਉਹਨਾਂ ਨੂੰ ਪ੍ਰੋਵਾਈਡ ਕਰਾਂਗੇ ਉਨੇ ਹੀ ਚਾਂਸਸ ਵੀਜ਼ਾ ਦੇ ਵੱਧ ਜਾਂਦੇ। ਜੀ 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 ਬਿਲਕੁਲ। ਸੋ ਕਈ ਤਰ੍ਹਾਂ ਦੇ ਸਵਾਲ ਹੁੰਦੇ ਨੇ ਤੇ ਜ਼ਰੂਰੀ ਪੇਰੈਂਟਸ ਔਰ ਸਟੂਡੈਂਟਸ ਨੂੰ ਕਹਾਂਗੇ ਸਾਰੀ ਗੱਲਾਂ ਨੂੰ ਧਿਆਨ ਵਿੱਚ ਜ਼ਰੂਰ ਰੱਖਿਆ ਕਰੋ। ਆਪਣੀ ਪ੍ਰੋਫਾਈਲ ਨਾਲ ਰਿਲੇਟਡ ਸਵਾਲ ਜੋ ਹੈ ਜ਼ਰੂਰ ਆਪਣੇ ਕੰਸਲਟੈਂਟ ਨੂੰ ਕਰਦੇ ਰਿਹਾ ਕਰੋ ਕਿ ਕਿਸ ਤਰੀਕੇ ਨਾਲ ਤੁਹਾਡੀ ਕੋਰਸ ਸਿਲੈਕਸ਼ਨ ਕੀਤੀ ਜਾ ਰਹੀ ਹੈ, ਕਿਉਂਕਿ ਮੋਸਟਲੀ ਰਿਫਿਊਜ਼ਲਸ ਇਹਨਾਂ ਗੱਲਾਂ ਦੀ ਅਣਗਹਿਲੀ ਕਰਕੇ ਹੀ ਦੇਖੇ ਜਾ ਰਹੇ ਨੇ। ਅਗਲੇ ਕਾਲਰ ਦਾ ਸਵਾਲ ਵੀ ਸੁਣ ਲੈਂਦੇ। ਹੈਲੋ, ਹਾਂਜੀ ਗੁੱਡ ਇਵਨਿੰਗ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ?
ਹਰਪ੍ਰੀਤ ਨਾਮ ਮੇਰਾ ਨਾਮ ਫਤਿਹਗੜ੍ਹ ਸਾਹਿਬ ਤੋਂ ਗੱਲ ਕਰ ਰਹੀ ਹਾਂ। ਹਾਂਜੀ, ਕੀ ਸਵਾਲ ਹੈ ਜੀ ਤੁਹਾਡਾ? ਮੈਂ ਮੇਰਾ ਸਵਾਲ ਇਹ ਹੈ ਕਿ ਮੈਂ ਕੈਨੇਡਾ ਦੀ ਫਾਈਲ ਲਗਵਾਉਣੀ ਹੈ। ਮੇਰੇ ਓਵਰਆਲ 6 ਆ ਤੇ ਇੱਕ ਚ 5.5 ਬੈਂਡ ਆ। ਠੀਕ ਹੈ, 2021 ਦੇ ਵਿੱਚ ਮੈਂ +2 ਕੀਤੀ ਹੈ, 82% ਨੰਬਰ ਆ ਮੇਰੇ। ਠੀਕ ਹੈ। ਹਾਂਜੀ, ਸਟਰੀਮ ਕਿਹੜੀ ਹੈ ਤੁਹਾਡੀ? ਟੀਮ ਦੀ ਆਰਟਸ ਹੈ ਮੈਮ। Arts। ਠੀਕ ਹੈ, ਤੇ ਹੁਣ ਤੱਕ ਕੀ ਕੀਤਾ 2021 ਤੋਂ ਬਾਅਦ? ਮੈਮ 21 ਤੋਂ ਬਾਅਦ ਮੈਂ ਸਾਲਸ ਕੀਤੀ ਸੀ, ਉਸ ਤੋਂ ਬਾਅਦ ਫ੍ਰੀ ਹਾਂ। ਓਕੇ, ਆਇਲਸ ਤੋਂ ਬਾਅਦ ਫਿਰ ਆਇਲਸ ਦਾ ਐਗਜ਼ਾਮ ਕਿੰਨੀ ਵਾਰੀ ਦਿੱਤਾ? ਮੈਂ 2 ਵਾਰ ਦਿੱਤਾ ਸੀਗਾ। ਦੋਨੇ ਵਾਰੀ ਆਇਲਸ ਤੋਂ ਬੈਂਡ ਸੇਮ ਹੀ ਆ? ਸੇਮ ਹੀ ਹੈ ਮੈਮ ਆਲਮੋਸਟ। ਪਹਿਲਾਂ ਸੀਗਾ ਸਪੀਕਿੰਗ ਤੇ ਘੱਟ, ਹੁਣ ਰੀਡਿੰਗ ਤੇ ਘੱਟ। ਓਕੇ, ਠੀਕ ਹੈ। ਦੇਖੋ ਮੈਮ, ਕੀ ਹੈ ਕਿ ਜਿੱਦਾਂ ਹਰਪ੍ਰੀਤ ਜੀ ਤੁਹਾਡੀ ਪ੍ਰੋਫਾਈਲ ਹੈ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹੀ ਕਹੂੰਗੀ ਕਿ ਜਿੱਦਾਂ ਹੁਣ 2021 ਦੇ ਵਿੱਚ ਤੁਸੀਂ ਪਾਸ ਆਊਟ ਹੋ ਔਰ ਪਰਸੈਂਟੇਜ ਤੁਹਾਡੀ 82 ਹੈਗੀ ਹੈ, ਉਹਦੇ ਬਿਹਾਫ ਤੇ ਆਪਣੇ ਕੋਲ ਕੈਨੇਡਾ ਦੇ ਵਿੱਚ ਆਪਸ਼ਨਸ ਅਵੇਲੇਬਲ ਹੈਗੀਆਂ ਨੇ। ਬਟ ਇੱਕ ਚੀਜ਼ ਹਮੇਸ਼ਾ ਯਾਦ ਰੱਖਿਓ, ਅਗਰ ਤੁਸੀਂ ਤੁਹਾਡੀ ਫਸਟ ਪ੍ਰੈਫਰੈਂਸ ਕੈਨੇਡਾ ਹੈ ਤਾਂ ਆਪਣੀ ਕੰਟਰੀ ਦੀ ਪ੍ਰੈਫਰੈਂਸ ਰੱਖ ਲਓ, ਬਟ ਲੋਕੇਸ਼ਨ ਦੀ ਪ੍ਰੈਫਰੈਂਸ ਕਦੇ ਵੀ ਨਾ ਰੱਖੋ, ਕਿਉਂਕਿ ਲੋਕੇਸ਼ਨ ਦੇਖੋ ਜਿਹੜੀ ਵੀ ਚੂਜ਼ ਕਰਾਂਗੇ ਉਹ ਤੁਹਾਡੇ ਦੀ ਬੈਸਟ ਹੀ ਕਰਕੇ ਦੇਵਾਂਗੇ, ਕੋਈ ਇਦਾਂ ਦਾ ਇਸ਼ੂ ਨਹੀਂ ਹੈਗਾ। ਦੇਖੋ, ਅਗਰ ਆਪਣੇ ਕੋਲ ਕੈਨੇਡਾ ਦਾ ਵੀਜ਼ਾ ਹੈ ਦੈਨ ਆਪਣੇ ਕੋਲ ਹਰ ਇੱਕ ਪ੍ਰੋਵਿੰਸ ਹੈਗੀ ਹੈ, ਬਟ ਅਗਰ ਆਪਾਂ ਪਹਿਲਾਂ ਹੀ ਇਸ ਚੀਜ਼ ਦੀ ਡਿਮਾਂਡ ਕਰਾਂਗੇ ਨਹੀਂ ਜੀ ਓਨਟਾਰੀਓ ਵਿੱਚ ਹੀ ਜਾਣਾ ਹੈ, ਤਾਂ ਉੱਥੇ ਕਿਤੇ ਨਾ ਕਿਤੇ ਦੇਖੋ ਜਿਹੜੀ ਚੀਜ਼ ਆਲਰੇਡੀ ਹੁਣ ਬਹੁਤ ਜ਼ਿਆਦਾ ਲੋਕ ਓਨਟਾਰੀਓ ਦੇ ਵਿੱਚ ਹੈਗੇ ਆ, ਸੋ ਉੱਥੇ ਹੀ ਅਗਰ ਆਪਾਂ ਕੇਸ ਨੂੰ, ਹਰ ਇੱਕ ਕੇਸ ਨੂੰ ਉੱਥੇ ਫਾਈਲ ਕਰਾਂਗੇ ਤਾਂ ਕਿਤੇ ਨਾ ਕਿਤੇ ਇਫੈਕਟ ਪੈਂਦਾ ਹੈ। ਸੋ ਹਮੇਸ਼ਾ ਜਿਹੜਾ ਹੈਗਾ ਆਪਣੀ ਪ੍ਰੋਫਾਈਲ ਦੇ ਅਕੋਰਡਿੰਗ ਪ੍ਰੋਵਿੰਸ ਚੂਜ਼ ਕਰੋ, ਕਿਉਂਕਿ ਕੈਨੇਡਾ ਦੇ ਵਿੱਚ ਕੋਈ ਇੱਕ ਪ੍ਰੋਵਿੰਸ ਨਹੀਂ ਹੈਗੀ, 10 ਪ੍ਰੋਵਿੰਸਿਸ ਨੇ। ਤੁਸੀਂ ਕਿਤੇ ਵੀ ਆਪਣੀ ਐਪਲੀਕੇਸ਼ਨ ਨੂੰ ਲਗਾ ਕੇ ਵੀਜ਼ਾ ਲੈ ਸਕਦੇ ਹੋ। ਇਸ ਟਾਈਮ ਤੇ ਜੋ ਇਨਟੇਕ ਅਵੇਲੇਬਲ ਨੇ ਉਹ ਤੁਹਾਡੇ ਲਈ ਮਈ ਇਨਟੇਕ ਰਹੇਗਾ, ਉਹਦੇ ਬਿਹਾਫ ਤੇ ਤੁਸੀਂ ਆਪਣਾ ਕੇਸ ਫਾਈਲ ਕਰ ਸਕਦੇ ਹੋ। ਇੱਕ ਮੋਡਿਊਲ ਦੇ ਵਿੱਚੋਂ 5.5 ਤੇ ਨੈਗੇਟਿਵ ਹੋਣ ਦੀ ਕੋਈ ਜ਼ਰੂਰਤ ਨਹੀਂ ਹੈਗੀ। ਜਸਟ ਫੋਕਸ ਕਰੋ ਆਪਣੀ ਡਾਕੂਮੈਂਟੇਸ਼ਨ ਤੇ ਔਰ ਆਪਣੇ ਕੋਰਸ ਦੀ ਸਿਲੈਕਸ਼ਨ ਤੇ ਕਿ ਆਪਾਂ ਉਹ ਕਿਸ ਤਰੀਕੇ ਨਾਲ ਉੱਥੇ ਫਾਈਲ ਨੂੰ ਲਗਾ ਰਹੇ ਹਾਂ। ਜੀ ਜੀ ਜੀ, ਬਿਲਕੁਲ। ਜਦੋਂ ਡਾਕੂਮੈਂਟੇਸ਼ਨ ਦੀ ਗੱਲ ਆਉਂਦੀ, ਕਿਹੜੇ ਡਾਕੂਮੈਂਟਸ ਨੂੰ ਤੁਸੀਂ ਜ਼ਰੂਰੀ ਮੰਨਦੇ ਹੋ, ਕਿਉਂਕਿ ਅਕੈਡਮਿਕਸ ਤੋਂ ਇਲਾਵਾ ਵੀ ਹੋਰ ਕਈ ਤਰ੍ਹਾਂ ਦੇ ਡਾਕੂਮੈਂਟਸ ਲੱਗਦੇ ਨੇ? ਬਿਲਕੁਲ, ਕਿਸੇ ਵੀ ਕੰਟਰੀ ਦੇ ਵਿੱਚ ਜਦੋਂ ਆਪਾਂ ਫਾਈਲਿੰਗ ਕਰਦੇ ਹਾਂ ਤਾਂ ਅਕੈਡਮਿਕ ਡਾਕੂਮੈਂਟ ਤਾਂ ਸਭ ਤੋਂ ਮਸਟ ਹੁੰਦੇ ਆ। ਹੁਣ ਅਕੈਡਮਿਕ ਡਾਕੂਮੈਂਟ ਤੋਂ ਇਲਾਵਾ ਜਿਹੜੀ ਡਾਕੂਮੈਂਟੇਸ਼ਨ ਆ ਜਾਂਦੀ ਹੈ, ਜਿੱਦਾਂ ਆਪਣੀ ਗੈਪ ਦੀ ਜਸਟੀਫਿਕੇਸ਼ਨ ਜਿਹੜੀ ਕਿ ਸਭ ਤੋਂ ਇੰਪੋਰਟੈਂਟ ਹੈ, ਉਸ ਦੇ ਬਿਹਾਵ ਤੇ ਹੀ ਇੱਕ ਤਰ੍ਹਾਂ ਦਾ ਆਪਣਾ ਵੀਜ਼ਾ ਟਿਕਿਆ ਹੁੰਦਾ ਹੈ। ਉਸ ਤੋਂ ਇਲਾਵਾ ਹੋ ਜਾਂਦੇ ਜਿਵੇਂ ਅਦਰ ਡਾਕੂਮੈਂਟ, ਸੋਰਸ ਆਫ ਇਨਕਮ ਆ ਗਿਆ, ਜਾਂ ਉਹਦੇ ਤੋਂ ਇਲਾਵਾ ਆ ਜਾਂਦੇ ਕਿ ਆਪਣੀ ਫੰਡਿੰਗ ਕਿਸ ਤਰੀਕੇ ਨਾਲ ਆਪਾਂ ਦਿਖਾ ਰਹੇ ਹਾਂ, ਕਿੱਥੋਂ ਆਇਆ ਪੈਸਾ। ਇਹਨਾਂ ਚੀਜ਼ਾਂ ਦੇ ਬਿਹਾਵ ਤੇ ਹੀ ਆਪਾਂ ਕੇਸ ਲਗਾ ਸਕਦੇ। ਜਿਵੇਂ ਹੁਣ ਕੁਝ ਕੰਟਰੀਜ਼ ਨੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਫੰਡਿੰਗ ਦੇਣੀ ਪੈਂਦੀ ਹੈ, ਔਰ ਅਗਰ ਇਹੀ ਕੈਨੇਡਾ ਦੀ ਗੱਲ ਕਰੀਏ ਉੱਥੇ ਆਪਾਂ ਨੂੰ GIC ਕਰਵਾਉਣੀ ਪੈਂਦੀ ਹੈ। ਸੋ ਇਹਨਾਂ ਚੀਜ਼ਾਂ ਨੂੰ ਦੇਖਣਾ ਪੈਂਦਾ ਕਿ ਅਗਰ ਆਪਾਂ ਉਹਨਾਂ ਨੂੰ ਇੰਨਾ ਪੈਸਾ ਬਲਕ ਦੇ ਵਿੱਚ ਦਿਖਾ ਰਹੇ ਹਾਂ ਤਾਂ ਸੋਰਸ ਆਫ ਇਨਕਮ ਆਪਣਾ ਕੀ ਹੈਗਾ। ਇਹ ਛੋਟੀਆਂ ਚੀਜ਼ਾਂ ਨੂੰ ਅਗਰ ਤੁਸੀਂ ਧਿਆਨ 'ਚ ਰੱਖ ਕੇ ਆਪਣੀ ਐਪਲੀਕੇਸ਼ਨ ਲਗਾਓਗੇ ਤਾਂ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ। ਜੀ ਜੀ ਜੀ, ਬਿਲਕੁਲ। ਸੋ ਸਟੂਡੈਂਟਸ ਦੇ ਸਾਡੇ ਕੋਲ ਸਵਾਲ ਵੀ ਲਗਾਤਾਰ ਆਉਂਦੇ ਰਹਿੰਦੇ ਨੇ, ਇਸੇ ਕਰਕੇ ਅਸੀਂ ਉਹੀ ਸਾਰੇ ਸਵਾਲ ਸ਼ੋਅ ਵਿੱਚ ਵੀ ਜ਼ਰੂਰ ਸ਼ਾਮਿਲ ਕਰਦੇ ਹਾਂ। ਪਰ ਫਿਰ ਵੀ ਕੋਈ ਸਵਾਲ ਸਾਡੇ ਤੋਂ ਰਹਿ ਗਿਆ ਹੋਵੇ, ਤੁਹਾਡੇ ਜ਼ਹਿਨ ਵਿੱਚ ਕੋਈ ਸਵਾਲ ਚੱਲ ਰਿਹਾ, ਤਾਂ ਤੁਸੀਂ ਬਿਨਾਂ ਕਿਸੇ ਹਿਚਕਿਚਾਹਟ ਦੇ ਜੋ ਸਕਰੀਨ ਤੇ ਦਿੱਤਾ ਨੰਬਰ ਇਸ ਉੱਪਰ ਕਾਲ ਕਰਕੇ ਜ਼ਰੂਰ ਜੋ ਹੈ ਆਪਣਾ ਸਵਾਲ ਰੱਖ ਸਕਦੇ ਹੋ, ਤਾਂ ਕਿ ਉਸਦਾ ਜਵਾਬ ਸਿਰਫ ਤੁਹਾਨੂੰ ਹੀ ਨਹੀਂ, ਬਾਕੀ ਵੀ ਜਿਹਨੇ ਦਰਸ਼ਕ ਜੁੜੇ ਹੋਏ ਨੇ ਸ਼ੋਅ ਦੇ ਨਾਲ, ਉਹਨਾਂ ਨੂੰ ਵੀ ਇੱਕ ਹੋਰ ਸਵਾਲ ਦਾ ਜਵਾਬ ਜੋ ਹੈ ਮਿਲ ਸਕੇ। ਸੋ ਆਪਾਂ ਆਸਟ੍ਰੇਲੀਆ ਦੀ ਵੀ ਥੋੜੀ ਹੋਰ ਗੱਲ ਕਰ ਲਈਏ। ਆਸਟ੍ਰੇਲੀਆ ਦੇ ਲਈ ਅੱਜ ਦੇ ਟਾਈਮ ਵਿੱਚ ਕਿਹੜਾ ਇਨਟੇਕ ਹੁਣ ਦਿਖ ਰਿਹਾ ਔਰ ਕਿਸ ਤਰ੍ਹਾਂ ਦਾ ਵੀਜ਼ਾ ਟ੍ਰੈਂਡ ਚੱਲ ਰਿਹਾ? ਦੇਖੋ, ਆਸਟ੍ਰੇਲੀਆ ਦੇ ਵਿੱਚ ਇਸ ਟਾਈਮ ਤੇ ਜੇ ਇਨਟੇਕ ਨੂੰ ਲੈ ਕੇ ਗੱਲ ਕਰੀਏ ਤਾਂ ਆਪਣੇ ਕੋਲ ਫੈਬਰਰੀ ਇਨਟੇਕ ਅਵੇਲੇਬਲ ਹੈਗਾ, ਜਿੰਦੇ ਵਿੱਚ ਆਪਾਂ ਐਪਲੀਕੇਸ਼ਨਸ ਲਗਾ ਸਕਦੇ ਹਾਂ। ਤੇ ਬਾਕੀ ਜੋ ਵੀਜ਼ਾ ਸਕਸੈਸ ਰੇਟ ਹੈਗਾ ਉਹ ਬੱਚੇ ਦੀ ਪ੍ਰੋਫਾਈਲ ਤੇ ਡਿਪੈਂਡ ਕਰਦਾ ਕਿ ਫਾਈਲ ਕਿਸ ਤਰੀਕੇ ਦੀ ਆਪਾਂ ਲਗਾ ਰਹੇ ਹਾਂ, ਜਾਂ ਬੈਂਡ ਕਿੰਨੇ ਆ, ਜਾਂ ਗੈਪ ਕਿਸ ਤਰੀਕੇ ਨਾਲ ਹੈਗਾ। ਬਾਕੀ ਕੋਈ ਦਿੱਕਤ ਨਹੀਂ ਹੈਗੀ। ਆਸਟ੍ਰੇਲੀਆ ਦੇ ਵਿੱਚ ਵੀ ਜੋ ਮਤਲਬ ਆਪਣੀ ਫਾਈਲ ਹੈਗੀ ਆ ਜਾਂ ਵੀਜ਼ਾ ਹੈਗਾ ਉਹ ਅੱਛੇ ਤਰੀਕੇ ਨਾਲ ਆ ਰਿਹਾ, ਕੋਈ ਪ੍ਰੋਬਲਮ ਨਹੀਂ ਆ ਰਹੀ। ਬਿਲਕੁਲ, ਕਿਉਂਕਿ ਆਸਟ੍ਰੇਲੀਆ ਨੂੰ ਲੈ ਕੇ ਕਈ ਸਵਾਲ ਤਾਂ ਸਾਡੇ ਕੋਲ ਆਉਂਦੇ ਹੀ ਰਹਿੰਦੇ ਨੇ। ਕਈ ਸਟੂਡੈਂਟਸ ਜੋ ਹੈ ਕੈਨੇਡਾ ਜਦੋਂ ਲੱਗਦਾ ਕਿ ਨਹੀਂ ਹੋ ਸਕਦਾ ਫਿਰ ਆਸਟ੍ਰੇਲੀਆ ਅਪਲਾਈ ਕਰ ਲੈਂਦੇ ਨੇ, ਪਰ ਜਦੋਂ ਆਸਟ੍ਰੇਲੀਆ ਰਿਫਿਊਜ਼ਲ ਆਉਂਦੀ ਹੈ, ਜਿਵੇਂ ਕਿ ਸਾਰੇ ਕਹਿੰਦੇ ਆ, ਕਈ ਕੰਸਲਟੈਂਟਸ ਕਹਿੰਦੇ ਕਿ ਆਸਟ੍ਰੇਲੀਆ ਇੱਕ ਵਾਰ ਰਿਫਿਊਜ਼ਲ ਆ ਜਾਏ ਤਾਂ ਦੁਬਾਰਾ ਸੇਮ ਪ੍ਰੋਫਾਈਲ ਤੇ ਆਪਾਂ ਨਹੀਂ ਅਪਲਾਈ ਕਰ ਸਕਦੇ। ਕਿਉਂਕਿ ਕੀ ਹੁੰਦਾ ਹੁਣ ਸਮ ਟਾਈਮ ਇਦਾਂ ਦੀਆਂ ਚੀਜ਼ਾਂ ਵੀ ਦੇਖਣ ਨੂੰ ਮਿਲੀਆਂ ਕਿ ਬੱਚੇ ਦੇ ਜਿਹੜੇ ਫੰਡਿੰਗ ਆ, ਸਭ ਤੋਂ ਇੰਪੋਰਟੈਂਟ ਚੀਜ਼ ਆ ਆਸਟ੍ਰੇਲੀਆ ਦੇ ਵਿੱਚ ਫੰਡ। ਜਦੋਂ ਆਪਾਂ ਫੰਡਿੰਗ ਦੇ ਬਿਹਾਫ ਤੇ ਕੇਸ ਫਾਈਲ ਕਰਦੇ ਹਾਂ ਤਾਂ ਉਸ ਟਾਈਮ ਤੇ ਆਪਾਂ ਇਹ ਦੇਖਦੇ ਹਾਂ ਕਿ ਹੁਣ ਫੰਡਿੰਗ ਇੱਕ ਇਹੋ ਜਿਹੀ ਚੀਜ਼ ਆ ਕਿ ਆਪਣੇ ਹਰ ਇੱਕ ਚੀਜ਼ ਨੂੰ ਦਿਖਾਉਂਦੀ ਹੈ, ਆਪਣੇ ਸੋਰਸ ਆਫ ਇਨਕਮ ਕਿੱਥੋਂ ਆਇਆ, ਕੀ ਆ, ਲਿਵਿੰਗ ਐਕਸਪੈਂਸ ਵਗੈਰਾ ਸਭ ਕੁਝ ਉਹਦੇ ਵਿੱਚ ਆਪਾਂ ਦਿਖਾਉਂਦੇ ਹਾਂ। ਤੇ ਹੁਣ ਜਦੋਂ ਕਿਸੇ ਵੀ ਜਗ੍ਹਾ ਦਾ ਆਪਾਂ ਕੇਸ ਫਾਈਲ ਕਰ ਰਹੇ ਹਾਂ, ਸਭ ਤੋਂ ਪਹਿਲਾਂ ਆਸਟ੍ਰੇਲੀਆ ਹੀ ਚੱਲ ਰਿਹਾ। ਆਸਟ੍ਰੇਲੀਆ ਦੇ ਵਿੱਚ ਤੁਸੀਂ ਫਾਈਲ ਲੌਗਇਨ ਕਰ ਰਹੇ ਹੋ, ਤੁਹਾਡੀ ਫੰਡਿੰਗ ਬਹੁਤ ਸਟਰੋਂਗ ਹੋਣੀ ਚਾਹੀਦੀ। ਹੁਣ ਫੰਡਿੰਗ ਤੁਸੀਂ ਕਿਸੇ ਥਰਡ ਪਰਸਨ ਤੋਂ ਸ਼ੋਅ ਕਰਵਾ ਕੇ ਆਪਣਾ ਕੇਸ ਲਗਾ ਦਿੱਤਾ, ਕੱਲ ਨੂੰ ਉਹਦੇ ਵਿੱਚ ਰਿਫਿਊਜ਼ਲ ਆ ਜਾਂਦੀ ਹੈ ਤਾਂ ਦੁਬਾਰਾ ਆਟੋਮੈਟਿਕ ਹੀ ਆਪਾਂ ਅਪਲਾਈ ਨਹੀਂ ਕਰ ਸਕਦੇ, ਕਿਉਂਕਿ ਉਹ ਫੰਡਿੰਗ ਤਾਂ ਵਿਡਰੋ ਹੋ ਜੂਗੀ। ਤਾਂ ਇਸ ਕਰਕੇ ਅਗਰ ਤੁਹਾਡੇ ਖੁਦ ਦੇ ਫੰਡ ਹੈਗੇ ਆ ਤਾਂ ਆਸਟ੍ਰੇਲੀਆ ਵੈਸੇ ਤਾਂ ਰਿਫਿਊਜ਼ ਹੋਏਗੇ ਨਹੀਂ, ਬਟ ਫਿਰ ਵੀ ਜੇ ਬਾਈ ਚਾਂਸ ਕੋਈ ਦਿੱਕਤ ਆਉਂਦੀ ਹੈ ਤਾਂ ਆਪਾਂ ਦੁਬਾਰਾ ਫਾਈਲ ਨੂੰ ਪ੍ਰੋਪਰ ਤਰੀਕੇ ਨਾਲ ਦੇਖ ਕੇ ਲਗਾ ਸਕਦੇ ਹਾਂ। ਬਟ ਬਹੁਤ ਘੱਟ ਚਾਂਸਿਸ ਹੁੰਦੇ ਆ ਕਿ ਸਾਰਾ ਕੁਝ ਕੰਪਲੀਟ ਹੋਣ ਤੇ ਆਸਟ੍ਰੇਲੀਆ ਆਪਾਂ ਨੂੰ ਰਿਜੈਕਸ਼ਨ ਦੇ ਦੇ। ਜੀ ਬਿਲਕੁਲ।
ਬਿਲਕੁਲ ਬਹੁਤ ਚੰਗਾ ਪੁਆਇੰਟ ਜੋ ਹੈ ਤੁਸੀਂ ਦੱਸਿਆ। ਵਾਕਈ ਇਸ ਪੁਆਇੰਟ ਨੂੰ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ। ਸੋ ਜਿੰਨੇ ਵੀ ਪੇਰੈਂਟਸ ਵੀ ਇਹ ਸ਼ੋਅ ਵੇਖ ਰਹੇ ਨੇ, ਕਿਉਂਕਿ ਫਾਈਨੈਂਸ਼ੀਅਲਸ ਦਾ ਸਾਰਾ ਜੋ ਹੈ ਪੇਰੈਂਟਸ ਦੇ ਹੱਥ ਵਿੱਚ ਹੁੰਦਾ, ਬੜਾ ਧਿਆਨ ਤੁਸੀਂ ਵੀ ਇਸ ਨੂੰ ਰੱਖਣਾ। ਤੇ ਮੈਂ ਤੁਹਾਡੇ ਤੋਂ ਵੀ ਗੱਲ ਜਾਣਨਾ ਚਾਹੂੰਗੀ, ਜਿਵੇਂ ਆਪਾਂ ਜਦੋਂ ਰਿਫਿਊਜ਼ਲ ਰੇਟ ਦੇਖਦੇ ਹਾਂ ਤਾਂ ਜ਼ਿਆਦਾ ਦਿਖਦਾ ਹੈ ਕਿ ਜਿਹੜੇ ਪੈਕੇਜ ਹੋਏ ਪਏ ਹੁੰਦੇ ਆ ਕਿ ਫੀਸ ਆਫਟਰ ਵੀਜ਼ਾ ਕਰਨਾ, ਉਸ ਤਰ੍ਹਾਂ ਦੀ ਪ੍ਰੋਫਾਈਲਸ ਉੱਪਰ ਜ਼ਿਆਦਾ ਜੋ ਹੈ ਰਿਫਿਊਜ਼ਲ ਆਉਂਦੇ। ਕਿਉਂ ਇਸ ਤਰ੍ਹਾਂ ਨਾਲ ਇਹ ਟ੍ਰੈਂਡ ਬਣਦਾ ਜਾ ਰਿਹਾ? ਦੇਖੋ ਮੈਮ, ਕੀ ਹੁੰਦਾ ਕਿ ਇੱਕ ਨਾ ਜਿਹੜਾ ਪੈਕੇਜ ਸੀਨ ਹੈ, ਕੁਝ ਚੀਜ਼ਾਂ ਇਦਾਂ ਦੀਆਂ ਵੀ ਹੁੰਦੀਆਂ। ਮੇਰੇ ਕੋਲ ਕੁਝ ਕਲਾਇੰਟ ਇਦਾਂ ਦੇ ਆਉਂਦੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਪੈਕੇਜ ਤਾਂ ਕੀਤਾ ਹੈ, ਬਟ ਕਿਹੜੇ ਕਾਲਜ ਕਿਹੜੀ ਯੂਨੀਵਰਸਿਟੀ ਦਾ ਕੀਤਾ ਇਹ ਨਹੀਂ ਪਤਾ, ਕੀ ਫੀਸ ਗਈ ਆ ਉਹ ਚੀਜ਼ ਨਹੀਂ ਆਪਾਂ ਨੂੰ ਪਤਾ, ਔਰ ਫੰਡਿੰਗ ਕਿਸ ਤਰੀਕੇ ਨਾਲ ਸ਼ੋ ਹੋਈ ਆ ਇਸ ਚੀਜ਼ ਦਾ ਨਹੀਂ ਪਤਾ। ਜਦੋਂ ਇਹ ਚੀਜ਼ਾਂ ਆਪਾਂ ਨੂੰ ਪਤਾ ਹੀ ਨਹੀਂ ਆ ਤੇ ਆਪਾਂ ਦੁਬਾਰਾ ਵੈਸੇ ਵੀ ਲੌਗਇਨ ਨਹੀਂ ਕਰ ਸਕਦੇ ਫਾਈਲ, ਕਿਉਂਕਿ ਅਗਰ ਆਪਾਂ ਇੱਕ ਵੀ ਚੀਜ਼ ਨੂੰ ਮਿਸਮੈਚ ਕਰਕੇ ਅਗੇਨ ਫਾਈਲ ਲੌਗਇਨ ਕਰ ਦਿੱਤੀ ਤਾਂ ਕਿਤੇ ਨਾ ਕਿਤੇ ਅੱਗੇ ਜਾ ਕੇ ਜਿਹੜਾ ਹੈਗਾ ਉਹ ਤੁਹਾਡਾ ਰਿਫਿਊਜ਼ਲ ਦਾ ਕਾਰਨ ਬਣੇਗਾ। ਤਾਂ ਦੁਬਾਰਾ ਉਹਦੇ ਵਿੱਚ ਰਿਫਿਊਜ਼ਲ ਦੇ ਨਾਲ ਨਾਲ ਆਪਾਂ ਨੂੰ ਬੈਨ ਵੀ ਲੱਗ ਸਕਦਾ, ਕਿਉਂਕਿ ਆਪਾਂ ਡਾਕੂਮੈਂਟੇਸ਼ਨ ਮਿਸਮੈਚ ਕਰ ਰਹੇ ਹਾਂ। ਸੋ ਇਸ ਚੀਜ਼ ਦਾ ਹਮੇਸ਼ਾ ਧਿਆਨ ਰੱਖੋ ਕਿ ਜਦੋਂ ਹਮੇਸ਼ਾ ਇਹ ਦੇਖੋ ਕਿ ਅਗਰ ਤੁਸੀਂ ਫਸਟ ਟਾਈਮ ਹੀ ਫਾਈਲ ਲੌਗਇਨ ਕਰ ਰਹੇ ਹੋ ਤਾਂ ਇਦਾਂ ਦਾ ਕੋਈ ਪ੍ਰੋਬਲਮ ਹੀ ਨਾ ਆਏ ਕਿ ਤੁਹਾਨੂੰ ਰਿਫਿਊਜ਼ਲ ਮਿਲੇ, ਬਟ ਜੇ ਮਿਲੇ ਵੀ ਤਾਂ ਆਪਾਂ ਦੁਬਾਰਾ ਰਿਪਲਾਈ ਕਰਨ ਜੋਗੇ ਹੋਈਏ। ਇਹ ਚੀਜ਼ ਨੂੰ ਹਮੇਸ਼ਾ ਧਿਆਨ 'ਚ ਰੱਖ ਕੇ ਫਾਈਲ ਲੌਗਇਨ ਕਰੋ ਕਿ ਤੁਹਾਨੂੰ ਡਾਕੂਮੈਂਟੇਸ਼ਨ ਦੀ ਪੂਰੀ ਅਵੇਅਰਨੈਸ ਹੋਣੀ ਚਾਹੀਦੀ ਹੈ। ਜੀ 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 ਬਿਲਕੁਲ, ਵਾਕਈ ਬਹੁਤ ਵਧੀਆ ਪੁਆਇੰਟਸ ਤੁਸੀਂ ਸਾਰੇ ਜੋ ਹੈ ਡਿਸਕਸ ਕਰ ਰਹੇ ਹੋ, ਕਿਉਂਕਿ ਇਹੀ ਉਹ ਚੀਜ਼ਾਂ ਨੇ ਜਿਸ ਦੇ ਪੂਰੀ ਜਾਗਰੂਕਤਾ ਜਾਂ ਅਵੇਅਰਨੈਸ ਨਹੀਂ ਹੁੰਦੀ ਹੈ, ਜਿੱਥੇ ਗਲਤੀ ਕਰ ਜਾਂਦੇ ਨੇ ਸਟੂਡੈਂਟ। ਸੋ ਜ਼ਰੂਰ ਤੁਹਾਨੂੰ ਹਰ ਇੱਕ ਚੀਜ਼ ਦਾ ਪਤਾ ਹੋਣਾ ਚਾਹੀਦਾ। ਮੰਨਿਆ ਚਾਹੇ ਕੰਸਲਟੈਂਟ ਤੁਹਾਡਾ ਬਹੁਤ ਮਾਹਿਰ ਐਕਸਪੀਰੀਅੰਸਡ ਹੋਵੇ, ਪਰ ਤੁਹਾਨੂੰ ਖੁਦ ਵੀ ਤੁਹਾਡੀ ਪ੍ਰੋਫਾਈਲ ਬਾਰੇ ਹਰ ਇੱਕ ਚੀਜ਼ ਦੀ ਜੋ ਹੈ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ। ਉਸੇ ਵਿੱਚ ਇੱਕ ਮੇਨ ਪੁਆਇੰਟ ਆ ਜਾਂਦਾ SOP ਬਾਰੇ ਵੀ ਕਈ ਵਾਰੀ ਸਟੂਡੈਂਟਸ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੇ ਕੰਸਲਟੈਂਟ ਨੇ ਉਹਦੇ ਵਿੱਚ ਕੀ ਚੀਜ਼ ਮੈਂਸ਼ਨ ਕੀਤੀ ਹੈ। ਸੋ SOP ਨੂੰ ਲੈ ਕੇ ਕਿੰਨਾ ਕੁ ਅਸੀਂ ਇਹਨੂੰ ਸਟਰੋਂਗ ਪੁਆਇੰਟ ਮੰਨੀਏ ਕੈਨੇਡਾ ਦੀ ਗੱਲ ਕਰਦੇ ਹਾਂ ਜਦੋਂ, ਕਿਉਂਕਿ ਸਟੂਡੈਂਟਸ ਜ਼ਿਆਦਾਤਰ ਇਹੀ ਕਹਿੰਦੇ ਆ ਕੰਸਲਟੈਂਟ ਤੋਂ ਹੀ ਚਾਹੁੰਦੇ ਨੇ ਕਿ ਉਹੀ ਬਣਾ ਕੇ ਜੋ ਹੈ ਲਿਖ ਦੇਣ। ਬਿਲਕੁਲ, ਸਟੇਟਮੈਂਟ ਆਫ ਪਰਪਸ ਜਿਹੜਾ ਹੈਗਾ, ਦੇਖੋ ਕੋਈ ਵੀ ਕੰਮ ਕਰਦੇ ਤਾਂ ਆਪਾਂ ਹਮੇਸ਼ਾ ਇਹ ਦੇਖਦੇ ਹਾਂ ਕਿ ਆਪਾਂ ਨੂੰ ਸ਼ਾਰਟ ਦੇ ਵਿੱਚ ਕੀ ਮਿਲ ਰਿਹਾ। ਕਿਤੇ ਆਪਾਂ ਹੁਣ ਜਦੋਂ SOP ਦੀ ਗੱਲ ਆਉਂਦੀ ਹੈ, ਸਟੇਟਮੈਂਟ ਆਫ ਪਰਪਸ, ਸਭ ਤੋਂ ਜ਼ਿਆਦਾ ਜਿਹੜਾ ਹੈਗਾ ਤੁਹਾਡੇ ਵੀਜ਼ਾ ਦੇ ਵਿੱਚ ਉਸ ਚੀਜ਼ ਦਾ ਇੰਪੈਕਟ ਪੈਂਦਾ, ਕਿਉਂਕਿ ਜਿੰਨੀ ਸਟਰੋਂਗ ਤੁਸੀਂ SOP ਦਿਓਗੇ ਉਨੇ ਹੀ ਵੀਜ਼ਾ ਦੇ ਚਾਂਸਿਸ ਜ਼ਿਆਦਾ ਹੈਗੇ ਆ, ਕਿਉਂਕਿ SOP ਦੇ ਵਿੱਚ ਤੁਹਾਡੀ 10th ਤੋਂ ਲੈ ਕੇ ਤੁਹਾਡੇ ਫਿਊਚਰ ਗੋਲ ਤੱਕ ਸਭ ਕੁਝ ਕਵਰ ਹੁੰਦਾ ਹੈ ਨਾ। ਤਾਂ ਉਹ ਚੀਜ਼ ਮੇਨ ਰਹਿੰਦੀ ਹੈ। ਹੁਣ ਇਹਦੇ ਵਿੱਚ ਇਹ ਦੇਖਿਆ ਜਾਂਦਾ ਹੈ ਕਿ ਆਪਣੀ ਪ੍ਰੋਫਾਈਲ ਦੇ ਅਕੋਰਡਿੰਗ ਆਪਾਂ SOP ਕਿੰਨੀ ਸਟਰੋਂਗ ਬਣਾ ਰਹੇ ਹਾਂ। ਕੱਲ ਨੂੰ ਦੇਖੋ ਤੁਸੀਂ ਉੱਥੇ ਜਾ ਰਹੇ ਹੋ, ਤੁਹਾਡੇ ਤੋਂ 에ਅਰਪੋਰਟ ਤੇ ਵੀ ਕੋਈ ਕੁਐਸਚਨਿੰਗ ਹੋ ਸਕਦੀ ਹੈ, ਚਾਹੇ SOP ਤੁਹਾਡਾ ਕੰਸਲਟੈਂਟ ਬਣਾ ਰਿਹਾ, ਚਾਹੇ SOP ਤੁਸੀਂ ਬਣਾ ਰਹੇ ਹੋ, ਬਟ ਉਹ SOP ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ SOP ਦੇ ਵਿੱਚ ਮੈਂਸ਼ਨ ਕੀ ਕਰ ਰਹੇ ਹੋ। ਅਗਰ ਕੰਸਲਟੈਂਟ ਵੀ ਬਣਾ ਰਿਹਾ ਤਾਂ ਤੁਸੀਂ ਉਹਨਾਂ ਤੋਂ ਲੈ ਕੇ ਪੜ੍ਹ ਸਕਦੇ ਹੋ ਕਿ ਤੁਹਾਡੀ SOP ਦੇ ਵਿੱਚ ਮੈਂਸ਼ਨ ਕੀ ਹੈਗਾ। ਜੀ 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 ਬਿਲਕੁਲ। ਅਤੇ ਥੋੜਾ ਸਪਾਊਸ ਵੀਜ਼ਾ ਬਾਰੇ ਵੀ ਗੱਲ ਜ਼ਰੂਰ ਕਰ ਲੈਂਦੇ ਹਾਂ, ਕਿਉਂਕਿ ਜਿਵੇਂ ਇੱਕ ਪਹਿਲਾਂ ਕਾਲਰ ਦੀ ਕਾਲ ਵੀ ਆਈ ਸੀ ਕਿ ਉਹ ਪੁੱਛ ਰਹੇ ਸੀਗੇ UK ਵਿਦਆਊਟ ਆਇਲਸ ਪਰ ਵਿਦ ਸਪਾਊਸ ਜਾਣਾ ਚਾਹੁੰਦੇ ਨੇ। ਸੋ ਸਪਾਊਸ ਵੀਜ਼ਾ ਨੂੰ ਲੈ ਕੇ ਜ਼ਿਆਦਾ ਈਜ਼ੀ ਪ੍ਰੋਸੈਸ ਆਪਾਂ ਕਿੱਥੋਂ ਦਾ ਮੰਨ ਸਕਦੇ ਹਾਂ? ਕੈਨੇਡਾ ਦੀ ਵੀ ਗੱਲ ਕਰੀਏ, ਆਸਟ੍ਰੇਲੀਆ ਦੀ ਵੀ ਔਰ UK ਦੀ ਵੀ। ਦੇਖੋ, ਸਪਾਊਸ ਵੀਜ਼ਾ ਜਿਹੜਾ ਹੈਗਾ ਉਹ UK ਦੇ ਵਿੱਚ ਤਾਂ ਹੈ ਹੀ ਹੈ। UK ਦੇ ਵਿੱਚ ਤਾਂ ਬਿਲਕੁਲ ਸੇਮ ਡੇ ਜਿਹੜੇ ਹੈਗੇ ਆ ਸਟੂਡੈਂਟ ਆਪਣੇ ਸਪਾਊਸ ਨੂੰ ਨਾਲ ਲੈ ਕੇ ਇਕੱਠੇ ਜਾ ਸਕਦੇ ਆ। ਨਾਲ ਦੀ ਨਾਲ ਜਿਹੜਾ ਹੈਗਾ ਆਸਟ੍ਰੇਲੀਆ ਦੀ ਵੀ ਆਪਸ਼ਨ ਹੈਗੀ ਆ, ਆਸਟ੍ਰੇਲੀਆ ਦੇ ਵਿੱਚ ਵੀ ਸਪਾਊਸ ਨਾਲ ਜਾ ਸਕਦਾ ਹੈ। ਆਸਟ੍ਰੇਲੀਆ ਦੇ ਵਿੱਚ ਨਾ ਕਿਤੇ ਸਪਾਊਸ ਨਾਲ ਜਾਣ ਤੇ ਕੋਈ ਇਫੈਕਟ ਨਹੀਂ ਹੈਗਾ, ਬਟ ਇਹ ਦੇਖਣਾ ਪੈਂਦਾ ਕਿ ਆਪਣੀ ਜਿਹੜੀ ਮੈਰਿਜ ਆ ਉਹ ਕਿੰਨੀ ਪੁਰਾਣੀ ਹੈਗੀ ਹੈ, ਜਾਂ ਜਿਹੜੇ ਆਪਾਂ ਫੰਡਿੰਗ ਦਿਖਾਈ ਆ ਉਹ ਕਿਸ ਤਰੀਕੇ ਨਾਲ ਦਿਖਾਈ ਹੈ। ਉਸ ਤੋਂ ਇਲਾਵਾ ਇਹ ਚੀਜ਼ ਮੈਟਰ ਕਰਦੀ ਹੈ ਕਿ ਤੁਸੀਂ ਜਾ ਕਿਸ ਕੋਰਸ ਲੈ ਰਹੇ ਹੋ, ਤੁਹਾਡੀ ਲੈਵਲ ਆਫ ਐਜੂਕੇਸ਼ਨ ਕੀ ਹੈਗਾ। ਇਹਨਾਂ ਛੋਟੀਆਂ ਚੀਜ਼ਾਂ ਨੂੰ ਦੇਖ ਕੇ ਹੀ ਸਪਾਊਸ ਦਾ ਕੇਸ ਅਪਲਾਈ ਹੋਏਗਾ। ਤਾਂ ਇਹਦੇ ਵਿੱਚ ਕੁਝ ਦਿੱਕਤ ਨਹੀਂ ਹੈ। ਅਗਰ ਤੁਹਾਡੀ ਸਾਰੇ ਡਾਕੂਮੈਂਟੇਸ਼ਨ ਕੰਪਲੀਟ ਹੈ, ਤੁਹਾਡੀ ਮੈਰਿਜ ਜੈਨੂਅਨ ਹੈ, ਤਾਂ ਤੁਸੀਂ ਸਪਾਊਸ ਨੂੰ ਨਾਲ ਲੈ ਕੇ ਜਾ ਸਕਦੇ ਹੋ। ਇੱਕ ਇਹ ਹੁੰਦਾ ਹੈ ਕਿ ਜੀ ਮੈਰਿਜ ਦੇ ਵਿੱਚ ਸਿਰਫ ਆਪਣੇ ਕੋਲ ਮੈਰਿਜ ਦਾ ਸਰਟੀਫਿਕੇਟ ਹੁੰਦਾ ਹੈ, ਉਸ ਤੋਂ ਇਲਾਵਾ ਕੁਝ ਨਹੀਂ ਹੁੰਦਾ, ਤਾਂ ਉਹ ਬਹੁਤ ਮਤਲਬ ਇਹ ਨਹੀਂ ਕਹਿ ਸਕਦੇ ਕਿ ਇਨਫ ਨਹੀਂ ਹੈਗਾ ਤੁਹਾਡੇ ਡਾਕੂਮੈਂਟੇਸ਼ਨ ਨੂੰ ਕੰਪਲੀਟ ਕਰਨ ਦੇ ਲਈ, ਕਿਉਂਕਿ ਜਿੰਨੇ ਸਟਰੋਂਗ ਮੈਰਿਜ ਦੇ ਪ੍ਰੂਫ ਹੋਣਗੇ ਉਨੇ ਹੀ ਵੀਜ਼ਾ ਦੇ ਚਾਂਸਸ ਆਸਟ੍ਰੇਲੀਆ ਦੇ ਵਿੱਚ ਜ਼ਿਆਦਾ ਹੁੰਦੇ ਜੀ। ਤੇ ਕੈਨੇਡਾ ਦੀ ਅਗਰ ਆਪਾਂ ਗੱਲ ਕਰੀਏ ਤਾਂ ਕੈਨੇਡਾ ਵਿੱਚ ਕਿਵੇਂ ਹੈ? ਕੈਨੇਡਾ ਦੇ ਵਿੱਚ ਅਗਰ ਤੁਸੀਂ ਕੇਸ ਫਾਈਲ ਕਰਦੇ ਹੋ ਸਪਾਊਸ ਦਾ, ਤਾਂ ਦੇਖੋ ਇਕੱਠੇ ਤਾਂ ਨਹੀਂ ਜਾ ਸਕਦੇ, ਉਹਦੇ ਲਈ ਤੁਹਾਨੂੰ ਥੋੜਾ ਟਾਈਮ ਵੇਟ ਕਰਨੀ ਪੈਂਦੀ ਹੈ। ਤੇ ਉੱਥੇ ਹੁੰਦਾ ਕਿ ਮੇਨ ਐਪਲੀਕੈਂਟ ਜਿਹੜਾ ਹੈਗਾ ਉੱਥੇ ਜਾਏਗਾ, ਉਹਦੀ 1 ਈਅਰ ਦੀ ਸਮੈਸਟਰ ਦੀ ਸਟੱਡੀ ਖਤਮ ਹੁੰਦੀ ਹੈ, ਨਾਲ ਦੀ ਨਾਲ ਹੀ ਸਪਾਊਸ ਦੀ ਐਪਲੀਕੇਸ਼ਨ ਲੱਗਦੀ। ਜੀ 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 ਬਿਲਕੁਲ। ਤੇ ਚਲੋ ਮੈਨੂੰ ਉਮੀਦ ਹੈ ਕਿ ਸਪਾਊਸ ਕੇਸ ਨੂੰ ਲੈ ਕੇ ਵੀ ਜਿੰਨੇ ਸਵਾਲ ਨੇ ਕਲੀਅਰ ਜ਼ਰੂਰ ਹੋ ਗਏ ਤੁਹਾਡੇ, ਔਰ ਪਰ ਫਿਰ ਵੀ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਸ਼ੋਅ ਦੇ ਵਿੱਚ ਕਾਲ ਕਰੋ ਜੀ, ਡਾਇਰੈਕਟ ਤੁਹਾਡੀ ਕਾਲ ਰਿਸੀਵ ਕੀਤੀ ਜਾਏਗੀ। ਇਹ ਨੰਬਰ ਤੁਸੀਂ ਨੋਟ
ਨੋਟ ਕਰਕੇ ਜ਼ਰੂਰ ਰੱਖ ਲਓ। ਸ਼ੋਅ ਤੋਂ ਬਾਅਦ ਵੀ ਅਗਰ ਤੁਸੀਂ ਕਾਲ ਕਰਦੇ ਹੋ ਤਾਂ ਫਰੰਟੇਰਾ ਇਮੀਗ੍ਰੇਸ਼ਨ ਦੀ ਟੀਮ ਤੁਹਾਡੇ ਨਾਲ ਰਾਬਤਾ ਕਾਇਮ ਕਰੇਗੀ ਤਾਂ ਕਿ ਤੁਸੀਂ ਵਧੀਆ ਢੰਗ ਦੇ ਨਾਲ ਵਧੀਆ ਆਪਸ਼ਨ ਦੇ ਉੱਪਰ ਚੱਲਦੇ ਹੋਏ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਸਕੋ। ਸਟੱਡੀ ਵੀਜ਼ਾ ਨੂੰ ਲੈ ਕੇ ਬਹੁਤ ਸਾਰੇ ਸਵਾਲ ਸਟੂਡੈਂਟਸ ਦੇ ਰਹਿੰਦੇ ਕਿਉਂਕਿ ਹਰੇਕ ਦੀ ਪ੍ਰੋਫਾਈਲ ਡਿਫਰੈਂਟ ਹੁੰਦੀ ਹੈ, ਹਰੇਕ ਦੀ ਕਿਤੇ ਨਾ ਕਿਤੇ ਆ ਕੇ ਕੋਈ ਗੱਲ ਅੜਦੀ ਹੈ, ਕੋਈ ਰੁਕਾਵਟ ਲੱਗਦੀ ਹੈ ਤਾਂ ਉਸ ਦਾ ਸੋਲੂਸ਼ਨ ਵੀ ਹਰੇਕ ਦਾ ਅਲੱਗ ਹੀ ਹੁੰਦਾ ਹੈ। ਸੋ ਇਸ ਕਰਕੇ ਤੁਹਾਡੀ ਜਿਹੜੇ ਡਾਕੂਮੈਂਟਸ ਦੀ ਅਸੈਸਮੈਂਟ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਫਰੰਟੇਰਾ ਇਮੀਗ੍ਰੇਸ਼ਨ ਦੀ ਐਡਰੈਸ ਡਿਟੇਲਸ ਵੀ ਜੋ ਹੈ ਸਕਰੋਲ ਦੇ ਵਿੱਚ ਚੱਲ ਰਹੀਆਂ ਨੇ। ਤੁਸੀਂ ਜਦੋਂ ਤੁਹਾਨੂੰ ਈਜ਼ੀ ਲੱਗੇ ਤੁਸੀਂ ਆਪਣੇ ਡਾਕੂਮੈਂਟਸ ਲੈ ਕੇ ਜ਼ਰੂਰ ਇੱਥੇ ਵਿਜ਼ਿਟ ਕਰੋ ਤਾਂ ਕਿ ਅਸੈਸਮੈਂਟ ਹੋ ਸਕੇ, ਤੁਹਾਨੂੰ ਗਾਈਡ ਕੀਤਾ ਜਾ ਸਕੇ, ਚੰਗੀ ਆਪਸ਼ਨ ਤੁਹਾਨੂੰ ਦੱਸੀ ਜਾ ਸਕੇ। ਤੇ ਹਮੇਸ਼ਾ ਅਸੀਂ ਇਸ ਸ਼ੋਅ ਦੇ ਜ਼ਰੀਏ ਤੁਹਾਨੂੰ ਇਹੀ ਕਹਿਣਾ ਚਾਹੁੰਦੇ ਕਿ ਚੰਗੇ ਕੰਸਲਟੈਂਟ ਦੀ ਪਹਿਚਾਣ ਕਰਕੇ ਹੀ ਤੁਸੀਂ ਆਪਣੀ ਫਾਈਲ ਪ੍ਰੋਸੈਸ ਕਰਵਾਇਆ ਕਰੋ ਤਾਂ ਕਿ ਬਿਨਾਂ ਕਿਸੇ ਰੁਕਾਵਟ ਦੇ ਜੋ ਤੁਸੀਂ ਟਾਈਮਲੀ ਆਪਣਾ ਵੀਜ਼ਾ ਹਾਸਿਲ ਕਰ ਸਕੋ। ਸੋ ਰਿਫਿਊਜ਼ਲ ਕੇਸਿਸ ਬਾਰੇ ਮੈਂ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹੂੰਗੀ ਕਿ ਉਹਨਾਂ ਨੂੰ ਤੁਸੀਂ ਹੁਣ ਕੀ ਸਲਾਹ ਦਿੰਦੇ ਹੋ ਜਿਹੜੇ ਇੱਕ ਵਾਰ, ਦੋ ਵਾਰ, ਤਿੰਨ ਵਾਰ ਰਿਫਿਊਜ਼ਲ ਲੈ ਕੇ ਹਤਾਸ਼ ਹੋ ਚੁੱਕੇ ਨੇ। ਸੋ ਮੈਂ ਆਪਣੇ ਸਵਾਲ ਦਾ ਜਵਾਬ ਕੰਟੀਨਿਊ ਰੱਖਾਂਗੀ। ਪਹਿਲਾਂ ਇੱਕ ਕਾਲ ਅਸੀਂ ਰਿਸੀਵ ਕਰ ਲੈਂਦੇ ਹਾਂ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਮੈਡਮ, ਮੈਂ ਰਾਜਕਰਨ ਗੱਲ ਕਰ ਰਿਹਾ ਜੀ ਜਲੰਧਰ ਤੋਂ। ਹਾਂਜੀ ਰਾਜਕਰਨ ਜੀ, ਕੀ ਸਵਾਲ ਹੈ ਤੁਹਾਡਾ? ਇਹ ਮੈਡਮ ਰਾਜਵਿੰਦਰ ਮੈਡਮ ਨਾਲ ਲਾਈਵ ਗੱਲ ਹੋ ਰਹੀ ਹੈ? ਹਾਂਜੀ ਹਾਂਜੀ, ਤੁਹਾਡੀ ਡਾਇਰੈਕਟ ਕਾਲ ਰਿਸੀਵ ਕੀਤੀ ਗਈ ਹੈ। ਮੈਡਮ ਮੈਂ ਰਾਜਕਰਨ ਗੱਲ ਕਰ ਰਿਹਾ। ਰਾਜਵਿੰਦਰ ਜੀ, ਮੇਰੇ ਬ੍ਰਦਰ ਦਾ ਵੀਜ਼ਾ ਆਇਆ ਸੀਗਾ ਤੁਹਾਡੇ ਤੋਂ। ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਠੀਕ ਹੈ ਭੈਣ? ਹਾਂਜੀ ਹਾਂਜੀ, ਵਧੀਆ ਸਰ, ਵਧੀਆ, ਠੀਕ ਠਾਕ। ਅੱਛਾ, ਇੱਕ ਨਾ ਮੈਡਮ ਮੈਂ ਆਇਲਸ ਕਰ ਲਿਆ ਸੀਗਾ, ਹੁਣ ਮੇਰੇ 6.5 ਓਵਰਆਲ ਆ ਗਏ, ਇੱਕ ਚ 5.5 ਰਹਿ ਗਏ ਨੇ। ਤੇ ਤੁਸੀਂ ਕਿੱਥੋਂ ਦਾ ਕਰਨਾ ਹੈ ਸਰ? ਬ੍ਰਦਰ ਵਾਂਗੂ ਸੇਮ ਆਸਟ੍ਰੇਲੀਆ ਦਾ ਕਰਵਾ ਦਿਓ ਮੈਡਮ, ਹੋ ਜਾਊਗਾ ਜੀ? ਬਿਲਕੁਲ ਬਿਲਕੁਲ ਸਰ, ਜਿੱਦਾਂ ਤੁਹਾਡੇ ਬੈਂਡ ਸਕੋਰ ਹੈਗੇ 6.5 ਨਾਟ ਲੈਸ ਦੈਨ 5.5 ਇਨ ਵਨ ਮੋਡਿਊਲ ਤਾਂ ਕੋਈ ਦਿੱਕਤ ਨਹੀਂ ਹੈਗੀ। ਤੁਸੀਂ ਆਰਾਮ ਨਾਲ ਆਪਣਾ ਕੇਸ ਫਾਈਲ ਕਰ ਸਕਦੇ ਹੋ। ਬਾਕੀ ਉਹਦੇ ਲਈ ਜਿੱਦਾਂ ਆਪਾਂ ਡਿਸਕਸ ਕਰ ਰਹੇ ਹਾਂ ਕਿ ਮੈਨੂੰ ਤੁਹਾਡੇ ਡਾਕੂਮੈਂਟੇਸ਼ਨ ਦੀ ਪ੍ਰੋਪਰ ਅਸੈਸਮੈਂਟ ਕਰਨੀ ਪਏਗੀ ਕਿ ਤੁਸੀਂ ਕੁਆਲੀਫਿਕੇਸ਼ਨ ਕੀ ਹੈਗੀ ਆ, ਕਿੰਨਾ ਗੈਪ ਹੈ ਜਾਂ ਨਹੀਂ ਹੈ। ਉਹਦੇ ਬਿਹਾਫ ਤੇ ਮੈਂ ਤੁਹਾਨੂੰ ਲੋਕੇਸ਼ਨ ਐਂਡ ਕੋਰਸ ਦੀ ਜਿਹੜੀ ਪ੍ਰੈਫਰੈਂਸ ਹੈ ਉਹ ਦੱਸ ਸਕਦੀ ਹੈ ਕਿ ਕਿਸ ਤਰੀਕੇ ਦੀ ਲੋਕੇਸ਼ਨ ਤੁਸੀਂ ਚੂਜ਼ ਕਰ ਸਕਦੇ ਹੋ। ਫਰਵਰੀ ਤੱਕ ਵੀਜ਼ਾ ਆ ਜਾਊਗਾ ਅਗਰ ਆਸਟ੍ਰੇਲੀਆ ਦਾ ਹੁਣ ਅਪਲਾਈ ਕਰਦੇ ਹਾਂ? ਬਿਲਕੁਲ ਸਰ, ਫੈਬਰਰੀ ਇਨਟੇਕ ਹੀ ਡਿਸਕਸ ਕਰ ਰਹੇ ਹਾਂ ਕਿ ਇਸ ਟਾਈਮ ਤੇ ਆਪਣੇ ਕੋਲ ਅਵੇਲੇਬਲ ਹੈਗਾ। ਤੁਸੀਂ ਫੈਬ ਇਨਟੇਕ ਵਾਸਤੇ ਅਪਲਾਈ ਕਰ ਸਕਦੇ ਹੋ। ਵੀਜ਼ਾ ਤੁਹਾਨੂੰ ਹੋ ਸਕਦਾ ਹੈ ਉਹਦੇ ਲਈ ਜਨਵਰੀ ਚ ਮਿਲ ਜੇ, ਦਸੰਬਰ ਚ ਮਿਲ ਜੇ। ਜੀ 5 ਮਿੰਟ ਤੁਹਾਡੇ ਕੋਲ ਨਾ ਤੁਹਾਡੇ WhatsApp ਨੰਬਰ ਤੇ ਡਾਕੂਮੈਂਟ ਭਿਜਵਾ ਰਿਹਾ ਫਾਦਰ ਸਾਹਿਬ ਤੋਂ, ਮੇਰਾ ਆਫਰ ਲੈਟਰ ਅਪਲਾਈ ਕਰਵਾ ਦਿਓ ਜੀ। ਕੋਈ ਦਿੱਕਤ ਨਹੀਂ ਹੈ ਸਰ, ਕੋਈ ਪ੍ਰੋਬਲਮ ਨਹੀਂ। ਆਪਾਂ ਮਿਲਦੇ ਹਾਂ ਤੁਹਾਨੂੰ ਜੀ। ਸ਼ੋਰ ਸਰ, ਸ਼ੋਰ। ਥੈਂਕ ਯੂ ਜੀ ਸ਼ੋਅ ਵਿੱਚ ਕਾਲ ਕਰਨ ਦੇ ਲਈ। ਵਾਕਈ ਸੋ ਇਸੇ ਤਰੀਕੇ ਨਾਲ ਹੈ ਕਿ ਜਿਨ੍ਹਾਂ ਦੇ ਪਹਿਲਾਂ ਵੀਜ਼ਾ ਲੱਗ ਚੁੱਕੇ ਹੁੰਦੇ ਨੇ ਉਹਨਾਂ ਦੇ ਰੈਫਰੈਂਸ ਦੇ ਨਾਲ ਸਟੂਡੈਂਟਸ ਅੱਗੋਂ ਹੋਰ ਆਉਂਦੇ ਨੇ ਤਾਂ ਕਿ ਵਧੀਆ ਸਲਾਹ ਦੇ ਨਾਲ, ਵਧੀਆ ਗਾਈਡੈਂਸ ਦੇ ਨਾਲ ਬਾਕੀ ਸਟੂਡੈਂਟਸ ਵੀ ਜੋ ਹੈ ਅੱਗੇ ਵੱਧ ਸਕਣ। ਤੇ ਬਿਲਕੁਲ ਜੋ ਮੈਂ ਸਵਾਲ ਕੀਤਾ ਸੀ ਰਿਫਿਊਜ਼ਲ ਕੇਸਿਸ ਜਿਹੜੇ, ਉਹਨਾਂ ਨੂੰ ਤੁਸੀਂ ਇਸ ਟਾਈਮ ਤੇ ਕੀ ਸਲਾਹ ਦਿੰਦੇ ਹੋ, ਕਿਵੇਂ ਅੱਗੇ ਵਧਣ ਤਾਂ ਕਿ ਅੱਗੋਂ ਫਿਰ ਦੁਬਾਰਾ ਰਿਫਿਊਜ਼ਲ ਫੇਸ ਨਾ ਕਰਨੀ ਪਵੇ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇੱਕ ਇਹੀ ਗਾਈਡੈਂਸ ਦਊਂਗੀ ਕਿ ਸਟੂਡੈਂਟ ਜਦੋਂ ਆਪਣਾ ਕੇਸ ਅਪਲਾਈ ਕਰਦੇ ਆ ਦੈਟ ਟਾਈਮ ਇੱਕ ਚੀਜ਼ ਨੂੰ ਹਮੇਸ਼ਾ ਯਾਦ ਰੱਖਣ। ਨੋ ਡਾਊਟ ਕਈ ਵਾਰੀ ਬੱਚਾ ਕਹਿੰਦਾ ਕਿ ਨਹੀਂ ਜੀ ਮੇਰੀ ਪ੍ਰੈਫਰੇਬਲ ਕੰਟਰੀ ਹੀ ਕੈਨੇਡਾ ਹੈ ਤੇ ਮੈਂ ਕੈਨੇਡਾ ਹੀ ਜਾਊਂਗਾ। ਹਾਂ ਬਿਲਕੁਲ। ਤਾਂ ਅਗਰ ਆਪਣੀ ਪ੍ਰੋਫਾਈਲ ਦੇ ਅਕੋਰਡਿੰਗ ਆਪਾਂ ਨੂੰ 1% ਵੀ ਡਾਊਟ ਲੱਗ ਰਿਹਾ ਹੈ ਜੀ ਕੈਨੇਡਾ ਦੇ ਵਿੱਚ ਚਾਂਸਸ ਘੱਟ ਨੇ ਜਾਂ ਉੱਥੇ ਨਹੀਂ ਹੋ ਸਕਦਾ, ਤਾਂ ਉਸ ਚੀਜ਼ ਤੋਂ ਥੋੜਾ ਜਿਹਾ ਹਟ ਸਕਦੇ ਹੋ ਤੁਸੀਂ। ਕਿਉਂਕਿ ਸਮ ਟਾਈਮ ਹੁੰਦਾ ਕਿ ਆਪਣੀ ਪਹਿਲਾਂ ਰਿਫਿਊਜ਼ਲ ਹੁੰਦੀ ਹੈ ਜਾਂ ਆਪਣੀ ਪਰਸੈਂਟੇਜ ਬਹੁਤ ਘੱਟ ਹੁੰਦੀ ਹੈ ਜਾਂ ਆਪਣਾ ਬੈਂਡ ਸਕੋਰ ਘੱਟ ਹੈ ਜਿਹਦੇ ਕਰਕੇ ਆਪਾਂ ਕੈਨੇਡਾ ਦੇ ਵਿੱਚ ਅਪਲਾਈ ਨਹੀਂ ਕਰ ਸਕਦੇ ਜਾਂ ਯੂਕੇ ਨਹੀਂ ਕਰ ਸਕਦੇ। ਤਾਂ ਉਸ ਤਰੀਕੇ ਨਾਲ ਤੁਸੀਂ ਆਪਣੀ ਕੰਟਰੀ ਦੀ ਪ੍ਰੈਫਰੈਂਸ ਜਿਹੜੀ ਹੈ ਉਹ ਚੇਂਜ ਕਰ ਸਕਦੇ ਹੋ। ਕਿਉਂਕਿ ਜ਼ਰੂਰੀ ਨਹੀਂ ਕਿ ਕੈਨੇਡਾ ਹੀ ਹੈ, ਕੈਨੇਡਾ ਤੋਂ ਇਲਾਵਾ ਵੀ ਆਪਣੇ ਕੋਲ ਮਲਟੀਪਲ ਆਪਸ਼ਨਸ ਹੈਗੀਆਂ ਨੇ। ਸੋ ਉਸ ਅਕੋਰਡਿੰਗ ਚੂਜ਼ ਕਰੋ ਜਿਸ ਅਕੋਰਡਿੰਗ ਤੁਹਾਡੀ ਪ੍ਰੋਫਾਈਲ ਆ। ਅਗਰ ਤੁਹਾਡੇ ਕੋਲ ਫੰਡਿੰਗ ਸਟਰੋਂਗ ਹੈ ਤਾਂ ਤੁਸੀਂ ਆਸਟ੍ਰੇਲੀਆ ਦੇ ਵਿੱਚ ਵੀ ਕਰ ਸਕਦੇ ਹੋ। ਅਗਰ ਤੁਹਾਡੇ ਕੋਲ ਫੰਡਿੰਗ ਨਹੀਂ ਹੈਗੀ, ਬੈਂਡ ਸਕੋਰ ਦਾ ਕੋਈ ਇਸ਼ੂ ਆ ਰਿਹਾ, ਤੁਹਾਡੇ ਕੋਲ ਯੂਕੇ ਦੀ ਆਪਸ਼ਨ ਅਵੇਲੇਬਲ ਹੈਗੀ ਆ। ਸੋ ਤੁਹਾਨੂੰ ਇੱਕ ਤਰ੍ਹਾਂ ਦਾ ਦੇਖਿਆ ਜਾਵੇ ਹਰ ਇੱਕ ਪ੍ਰੋਫਾਈਲ ਦੇ ਅਕੋਰਡਿੰਗ ਆਪਸ਼ਨਸ ਕੰਟਰੀ ਦੀਆਂ ਅਵੇਲੇਬਲ ਨੇ, ਬਟ ਇਹਨਾਂ ਹੁੰਦਾ ਆਪਾਂ ਨੂੰ ਦੇਖਣਾ ਪੈਂਦਾ ਕਿ ਆਪਾਂ ਕਿਸ ਕੰਟਰੀ ਦੇ ਲਈ ਐਲੀਜੀਬਲ ਆ। ਤਾਂ ਉਹ ਤੁਹਾਨੂੰ ਇੱਕ ਰਾਈਟ ਗਾਈਡੈਂਸ ਤੁਹਾਡਾ ਜਿਹੜਾ ਹੈਗਾ ਕੰਸਲਟੈਂਟ ਹੀ ਦੇ ਸਕਦੇ ਆ। ਤਾਂ ਇਸ ਕਰਕੇ ਜਦੋਂ ਵੀ ਤੁਸੀਂ ਕੰਸਲਟੈਂਟ ਦੇ ਕੋਲ ਜਾਂਦੇ ਹੋ ਤਾਂ ਦੈਟ ਟਾਈਮ ਤੁਸੀਂ ਇਸ ਚੀਜ਼ ਲਈ ਬੜੇ ਕਲੀਅਰ ਹੋਣੇ ਚਾਹੀਦੇ ਹੋ ਕਿ ਤੁਹਾਡੀ ਪ੍ਰੋਫਾਈਲ ਐਲੀਜੀਬਲ ਕਿੱਥੋਂ ਨਹੀਂ ਹੈ। ਬਿਲਕੁਲ ਜੀ, ਬਹੁਤ ਚੰਗੀ ਗੱਲ ਤੁਸੀਂ ਇਹ ਕਹੀ ਕਿ ਐਲੀਜੀਬਲ ਕਿੱਥੇ ਹੈ ਸਟੂਡੈਂਟ ਨੂੰ ਖੁਦ ਵੀ ਪਤਾ ਹੋਣਾ ਚਾਹੀਦਾ ਹੈ। ਇਹ ਨਹੀਂ ਕਿ ਬਾਰ-ਬਾਰ ਅਗਰ ਤੁਸੀਂ ਕਿਤੇ ਜਾ ਰਹੇ ਹੋ ਤੁਹਾਨੂੰ ਕਿਹਾ ਜਾ ਰਿਹਾ ਕਿ ਬਈ ਤੁਸੀਂ ਕੈਨੇਡਾ ਆਸਟ੍ਰੇਲੀਆ ਜਿੱਥੇ ਦੀ ਤੁਸੀਂ ਗੱਲ ਕਰ ਰਹੇ ਹੋ ਐਲੀਜੀਬਲ ਨਹੀਂ ਹੋ, ਪਰ ਕੋਈ ਅਚਾਨਕ ਤੁਹਾਨੂੰ ਕਵੇ ਕਿ ਨਹੀਂ ਜੀ ਜਿਵੇਂ ਵੀ ਤੁਹਾਡੀ ਪ੍ਰੋਫਾਈਲ ਹੈ ਤੁਹਾਡਾ ਵੀਜ਼ਾ ਲਿਆ ਕੇ ਹੀ ਦੇਵਾਂਗੇ, ਤਾਂ ਤੁਸੀਂ ਇਹ ਨਹੀਂ ਹੈ ਕਿ ਖੁਸ਼ ਹੋ ਜਾਓ ਤੇ ਖੁਸ਼ੀ ਦੇ ਮਾਰੇ ਆਪਣੀ ਪ੍ਰੋਫਾਈਲ ਹੀ ਖਰਾਬ ਕਰਵਾ ਲਓ। ਸੋ ਅਵੇਅਰ ਹੋਣਾ ਬਹੁਤ ਜ਼ਰੂਰੀ ਹੈ। ਸੱਚਾਈ ਨੂੰ ਐਕਸੈਪਟ ਕਰਿਆ ਕਰੋ ਕਿ ਯੈਸ ਅਸੀਂ ਐਲੀਜੀਬਲ ਹਾਂ ਜਾਂ ਨਹੀਂ ਆ। ਅਗਰ ਐਲੀਜੀਬਲ ਹਾਂ ਤਾਂ ਅਪਲਾਈ ਕਰੋ, ਅਗਰ ਨਹੀਂ ਹੋ ਤਾਂ ਇੱਕ ਬਹੁਤ ਅੱਛੀਆਂ ਆਪਸ਼ਨਸ ਅੱਜ ਕੱਲ੍ਹ ਢੇਰ ਸਾਰੀਆਂ ਆਪਸ਼ਨਸ ਨੇ। ਜਿਸ ਤਰ੍ਹਾਂ ਦੀ ਵੀ ਪ੍ਰੋਫਾਈਲ ਹੈ ਉਸ ਦੇ ਲਈ ਬਹੁਤ ਚੰਗੀਆਂ ਸਟੱਡੀ ਵੀਜ਼ਾ ਦੇ ਲਈ ਆਪਸ਼ਨਸ ਨੇ। ਸਾਰੀ ਕੰਟਰੀਜ਼ ਜੋ ਹੈ ਵੈਲਕਮ ਕਰ ਰਹੀਆਂ ਨੇ। ਉੱਥੇ PR 'ਚ ਵੀ ਕੋਈ ਦਿੱਕਤ ਨਹੀਂ ਆਉਂਦੀ ਹੈ। PR ਨੂੰ ਲੈ ਕੇ ਜਦੋਂ ਸਟੂਡੈਂਟਸ ਕਈ ਵਾਰੀ ਕਈ ਕੰਟਰੀਜ਼ ਨੂੰ ਲੈ ਕੇ ਕੰਪਲੇਂਟ ਕਰਦੇ ਨੇ ਤਾਂ ਗੱਲ ਕੁੱਲ ਮਿਲਾ ਕੇ ਇਹੀ ਨਿਕਲਦੀ ਹੈ ਕਿ ਅਗਰ
ਜਿਸ ਕੰਟਰੀ ਵਿੱਚ ਤੁਸੀਂ ਗਏ ਹੋ ਉੱਥੋਂ ਦੇ ਰੂਲਸ ਐਂਡ ਰੈਗੂਲੇਸ਼ਨਸ ਨੂੰ ਫੋਲੋ ਕਰਦੇ ਹੋ ਤਾਂ ਹਰ ਇੱਕ ਕੰਟਰੀ ਜੋ ਹੈ ਤੁਹਾਡਾ ਸਵਾਗਤ ਕਰਦੀ ਹੈ, ਤੁਹਾਡਾ ਹਮੇਸ਼ਾ ਵੈਲਕਮ ਕਰਦੀ ਹੈ, ਤੁਹਾਨੂੰ ਸੈਟਲ ਕਰਦੀ ਹੈ ਆਪਣੇ ਦੇਸ਼ ਦੇ ਵਿੱਚ। ਸੋ ਅਲੱਗ-ਅਲੱਗ ਕੰਸਲਟੈਂਟਸ ਨੂੰ ਇਸ ਲਈ ਅਸੀਂ ਆਪਣੇ ਸ਼ੋਅ ਵਿੱਚ ਲੈ ਕੇ ਆਉਂਦੇ ਹਾਂ ਤਾਂ ਕਿ ਤੁਹਾਨੂੰ ਹਰ ਇੱਕ ਗੱਲ ਦੇ ਨਾਲ ਜਾਣੂ ਕਰਵਾ ਸਕੀਏ। ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਅੱਜ ਦੇ ਸ਼ੋਅ ਵਿੱਚ ਢੇਰ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਬਹੁਤ-ਬਹੁਤ ਧੰਨਵਾਦ ਤੁਹਾਡਾ। ਤੇ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ।